ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਧੀ ਚੰਦ ਕੋ ਸੁਤ ਮਤਵੰਤਾ, ਲਾਲ ਚੰਦ ਕੋ ਕਹਿ ਭਗਵੰਤਾ। ਤੁਵ ਹਿਤ ਸੁਰ ਸਿੰਘ ਗ੍ਰਾਮ ਮਝਾਰੇ, ਭਾਗ ਮਲ ਸ਼ੁਭ ਸਦਨ ਸੁਧਾਰੇ। ਵਿਧੀ ਚੰਦ ਕੋ ਸੁਤ ਮਤਵੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ। ਲੋਕ ਪ੍ਰਲੋਕ ਦੇ ਦਾਤੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਜ ਕੇ ਆਪ ਜੀ ਸਮੂਹ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਨ ਕਰ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਨ ਦਾ ਮਹਾਨ ਪਵਿੱਤਰ ਸਮਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਜਿਹੜੀ ਕਥਾ ਚੱਲ ਰਹੀ ਹੈ, ਬਹੁਤ ਬੈਰਾਗਮਈ ਪ੍ਰਸੰਗ ਜਿਹੜੇ ਹਨ ਉਹ ਚੱਲ ਰਹੇ ਹਨ। ਮੇਰੀ ਪੀਰੀ ਦੇ ਮਾਲਕ ਗੁਰਦੇਵ ਛੇਵੇਂ ਪਾਤਸ਼ਾਹ, ਦਲਾਂ ਨੂੰ ਭੰਜਣ ਵਾਲੇ, ਵੱਡੇ ਯੋਧੇ, ਪਰਉਪਕਾਰੀ, ਗਰੀਬਾਂ ਨੂੰ ਤਾਰਨ ਵਾਲੇ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਸਰੀਰ ਤਿਆਗਣ ਦੀ ਕਥਾ ਚੱਲ ਰਹੀ ਹੈ। ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਜੇ ਹਨ। ਆਪਣੇ ਵਾਸਤੇ ਸਤਿਗੁਰਾਂ ਨੇ ਇੱਕ ਕੋਸਟ, ਇੱਕ ਕਮਰਾ ਬਣਵਾਇਆ ਹੈ, ਜਿਹਦਾ ਨਾਮ ਸਤਿਗੁਰਾਂ ਨੇ ਪਤਾਲਪੁਰੀ ਰੱਖਿਆ ਸੀ। ਕਿਉਂਕਿ ਮਹਾਰਾਜ ਨੇ ਉੱਪਰੋਂ ਪਹਾੜ ਤੋਂ ਚੜ੍ਹ ਕੇ ਹੇਠਾਂ ਨੂੰ ਤੀਰ ਮਾਰਿਆ ਸੀ, ਔਰ ਹੇਠਾਂ ਨੂੰ ਸਾਧ ਸੰਗਤ ਜੀ ਪਤਾਲ ਵਸਦਾ। ਇਸ ਕਰਕੇ ਨਾਮ ਮਹਾਰਾਜ ਨੇ ਉਹਦਾ ਪਤਾਲਪੁਰੀ ਰੱਖਿਆ ਸੀ। ਸਤਿਗੁਰੂ ਜੀ ਉਸ ਪਤਾਲਪੁਰੀ ਦੇ ਵਿੱਚ ਪ੍ਰਵੇਸ਼ ਹੋਣ ਵਾਸਤੇ ਜਾ ਰਹੇ ਹਨ। ਸਮੁੱਚੇ ਪੰਥ ਨੂੰ, ਪਰਿਵਾਰ ਨੂੰ, ਮਸੰਦਾਂ ਨੂੰ, ਸੰਗਤਾਂ ਨੂੰ, ਆਪਣੇ ਪੁੱਤਰਾਂ ਨੂੰ, ਪਤਨੀਆਂ ਨੂੰ, ਸਾਰਿਆਂ ਨੂੰ ਗੁਰਦੇਵ ਜੀ ਨੇ ਆਪ ਸੱਦਿਆ ਆਪਣੇ ਕੋਲ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ। ਸਾਰਾ ਪਰਿਵਾਰ ਆਪਣੇ ਕੋਲ ਸੱਦਿਆ, ਔਰ ਸਤਿਗੁਰੂ ਜੀ ਨੇ ਬਚਨ ਕੀਤਾ ਆਪਣੇ ਪਰਿਵਾਰ ਨੂੰ, ਸਿੱਖਾਂ ਨੂੰ, ਪਿਆਰਿਆਂ ਨੂੰ, ਰਾਏ ਜੋਧ ਵਰਗਿਆਂ ਸਿੱਖਾਂ ਨੂੰ। ਮਹਾਰਾਜ ਨੇ ਬਚਨ ਕੀਤਾ, ਭਾਈ ਸਾਡੇ ਪਰਲੋਕ ਜਾਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਜਦੋਂ ਸਤਿਗੁਰਾਂ ਨੇ ਗਹਿਰ ਗੰਭੀਰ ਆਵਾਜ਼ ਦੇ ਵਿੱਚ ਇਹ ਬਚਨ ਕੀਤਾ, ਗੁਰਸਿੱਖਾਂ ਦੇ ਨੇਤਰ ਛਲਕ ਆਏ ਹੈ, ਕਿਉਂਕਿ ਪਿਆਰ ਹੀ ਬਹੁਤ ਜ਼ਿਆਦਾ ਸਤਿਗੁਰਾਂ ਦੇ ਨਾਲ। ਬੈਰਾਗ ਦੇ ਨਾਲ ਨੇਤਰ ਭਰ ਆਏ ਵੀ ਸਤਿਗੁਰੂ ਜੀ ਇਹ ਕਿਹੜਾ ਬਚਨ ਕਰ ਰਹੇ ਹਨ। ਮਹਾਰਾਜ ਕਹਿਣ ਲੱਗੇ, ਹਾਂ ਗੁਰਸਿੱਖੋ, ਸਾਡਾ ਅੰਤਮ ਸਮਾਂ ਹੈ। ਅਜੇ ਵੀ ਕੋਈ ਸਾਡੇ ਕੋਲੋਂ ਗੱਲ ਪੁੱਛਣੀ ਹੈ ਤੇ ਪੁੱਛ ਲਵੋ, ਕੋਈ ਸੰਸਾ ਨਾ ਰਹਿ ਜਾਵੇ।
ਪੂਰੇ ਗੁਰੂ ਦਾ ਕਾਰਜ ਹੈ ਸਾਧ ਸੰਗਤ ਜੀ। ਪੂਰਾ ਗੁਰੂ ਅੰਦਰ ਸ਼ੰਕਾ ਨਹੀਂ ਰਹਿਣ ਦਿੰਦਾ, ਕੋਈ ਸ਼ੰਕਾ ਨਾ ਰਹਿ ਜਾਵੇ। ਸਾਰੇ ਬੈਰਾਗ ਕਰਨ ਲੱਗੇ, ਹਜ਼ਾਰਾਂ ਦਾ ਇਕੱਠ ਸੀ। ਸਭਾ ਦੇ ਵਿੱਚ ਸੰਨਾਟਾ ਛਾ ਗਿਆ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪ ਅੱਗੇ ਆਏ, ਹੱਥ ਜੋੜ ਕੇ ਵੀਰ ਰਸ ਵਿੱਚ ਕਿਹਾ, ਮਹਾਰਾਜ ਆਪ ਜੀ ਨੇ ਸਾਨੂੰ ਹੁਕਮ ਕੀਤਾ ਹੈ ਵੀ 2200 ਘੋੜਸਵਾਰ ਰੱਖਣੇ ਆ, ਪਰ ਮਹਾਰਾਜ ਜੇ ਕੋਈ ਆਪ ਚੜ ਕੇ ਆ ਗਿਆ ਫਿਰ ਅਸੀਂ ਜੰਗ ਕਰ ਸਕਦੇ ਹਾਂ। ਮਹਾਰਾਜ ਕਹਿਣ ਲੱਗੇ ਤੁਸੀਂ ਜੰਗ ਨਹੀਂ ਕਰਨਾ ਕਦੀ ਵੀ। ਕਹਿਣ ਲੱਗੇ ਮਹਾਰਾਜ ਅਸੀਂ ਤੇ ਜੰਗ ਨਹੀਂ ਕਰਾਂਗੇ, ਪਰ ਜੇ ਕੋਈ ਆਪ ਚੜ ਕੇ ਆ ਗਿਆ ਤਾਂ ਫਿਰ। ਸਤਿਗੁਰਾਂ ਨੇ ਬਚਨ ਕੀਤਾ, ਹਰ ਰਾਏ ਜੀ ਜਿਹੜਾ ਆਪ ਚੜ ਕੇ ਆਏਗਾ, ਜਿਵੇਂ ਗੜਾ ਰਸਤੇ ਵਿੱਚ ਹੀ ਗਲ ਜਾਂਦਾ ਹੈ, ਜਿਹੜਾ ਤੁਹਾਡੇ ਉੱਤੇ ਚੜ ਕੇ ਆਏਗਾ ਉਹ ਰਸਤੇ ਵਿੱਚ ਹੀ ਗਲ ਜਾਏਗਾ। ਇਹ ਬਚਨ ਸਤਿਗੁਰੂ ਜੀ ਨੇ ਗਰੀਬ ਨਵਾਜ ਜੀ ਮਹਾਰਾਜ ਜੀ ਨੇ ਕੀਤੇ ਹਨ। ਇਹਦੇ ਤੋਂ ਬਾਅਦ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਾਬਾ ਭਾਨਾ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਵੀ ਇੱਥੇ ਰਹਿਣਾ ਹੈ। ਰਾਏ ਜੋਧ ਨੂੰ ਕਿਹਾ ਵੀ ਤੁਸੀਂ ਜਾਓ ਆਪਣੇ ਨਗਰ ਵਿੱਚ ਜਾਇਓ ਸਾਡੇ ਸਰੀਰ ਤਿਆਗਣ ਤੋਂ ਬਾਅਦ। ਗੁਰੂ ਗੁਰੂ ਜਾ ਕੇ ਜਪਿਓ, ਜਦੋਂ ਤੁਹਾਡਾ ਅੰਤਮ ਸਮਾਂ ਹੋਏਗਾ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਭਾਈ ਰੂਪਾ ਜੀ ਨੂੰ ਵੀ ਸਤਿਗੁਰਾਂ ਨੇ ਇਹੋ ਹੀ ਉਪਦੇਸ਼ ਦਿੱਤਾ ਵੀ ਜਾਓ ਜਾ ਕੇ ਲੰਗਰ ਕਰੋ। ਇੰਨੇ ਚਿਰ ਨੂੰ ਬੀਬੀ ਵੀਰੋ ਜੀ ਆ ਗਏ। ਸਾਧ ਸੰਗਤ ਜੀ ਬੜੀ ਉੱਚੀ ਉੱਚੀ ਵਿਰਾਗ ਕਰਨ ਲੱਗ ਪਏ। ਬੇਬੇ ਵੀਰੋ ਜੀ ਉੱਚੀ ਉੱਚੀ ਵਿਰਾਗ ਕਰਦੇ ਆ, ਕਿਉਂਕਿ ਬਾਲ ਕੰਨਿਆ ਕੋ ਬਾਪ ਪਿਆਰਾ। ਇੱਕ ਕੁਦਰਤੀ ਖੇਡ ਹੈ। ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਹੋਇਆ। ਮਾਤਾ ਜੀ ਸਰੀਰ ਤਿਆਗ ਗਏ ਹਨ। ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਸਰੀਰ ਤਿਆਗ ਰਹੇ ਆ। ਸਾਧ ਸੰਗਤ ਜੀ ਇੱਕ ਕੁਦਰਤੀ ਖੇਡ ਹੈ ਵੀ ਜਿਹੜੀ ਧੀ ਹੈ ਨਾ ਉਹਦਾ ਬਾਪ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਜੀ। ਮਹਾਰਾਜ ਨੇ ਬਾਣੀ ਚ ਕਿਹਾ, ਬਾਲ ਕੰਨਿਆ ਕੋ ਬਾਪ ਪਿਆਰਾ। ਬੇਬੇ ਵੀਰੋ ਜੀ ਉੱਚੀ ਉੱਚੀ ਆ ਕੇ ਬੈਰਾਗ ਕਰਨ ਲੱਗੇ। ਮਹਾਰਾਜ ਸਤਿਗੁਰਾਂ ਨੇ ਕਿਹਾ, ਵੀਰੋ ਅਸੀਂ ਤੇਰੇ ਸਦਾ ਹੀ ਅੰਗ ਸੰਗ ਹੈ, ਤੂੰ ਵੈਰਾਗ ਨਾ ਕਰ। ਤੇਰੀ ਸੰਤਾਨ ਤੇਰੇ ਪੁੱਤਰ ਗੁਰੂ ਘਰ ਦੇ ਨਾਲ ਸਦਾ ਜੁੜੇ ਰਹਿਣਗੇ ਔਰ ਵੱਡਾ ਜਸ ਪ੍ਰਾਪਤ ਕਰਨਗੇ। ਸਾਧ ਸੰਗਤ ਜੀ ਫਿਰ ਉਹ ਜੁੜੇ ਰਹੇ। ਬਾਬਾ ਸੰਗੋ ਸ਼ਾਹ ਜੀ, ਬਾਬਾ ਮੰਗੋ ਸ਼ਾਹ ਜੀ, ਬਾਬਾ ਗੁਲਾਬ ਚੰਦ, ਜੀਤ ਮੱਲ, ਮਾੜੀ ਚੰਦ, ਇਹ ਸਾਰੇ ਫਿਰ ਗੁਰੂ ਘਰ ਨਾਲ ਜੁੜੇ ਹੀ ਰਹੇ ਸਨ। ਸੋ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਕੀ ਸੰਗਤ ਬੈਠੀ ਹੈ, ਮਸੰਦ ਬੈਠੇ ਹੈ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਅੰਤਮ ਬਚਨ ਕਰ ਰਹੇ ਹਨ। ਆਓ ਉਹਨਾਂ ਬਚਨਾਂ ਦੇ ਵਿੱਚ ਸੁਰਤੀਆਂ ਜੋੜੀਏ। ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੇ ਹਨ। ਸਤਿਗੁਰਾਂ ਦੀ ਕਥਾ ਸੁਣੋ। ਜਿਹੜੇ ਭਾਈ ਮਗਰ ਮਗਰ ਬੈਠੇ ਆ ਉਹਨਾਂ ਨੂੰ ਬੇਨਤੀ, ਉੱਠ ਕੇ ਅੱਗੇ ਆ ਜਾਇਆ ਕਰੋ। ਆਓ ਹੁਣ ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਿਧੀ ਚੰਦ ਕੋ ਸੁਤ ਮਤਵੰਤਾ, ਹਾਂਜੀ। ਲਾਲ ਚੰਦ ਕੋ ਕਹਿ ਭਗਵੰਤਾ। ਸਾਧ ਸੰਗਤ ਜੀ ਬਾਬਾ ਵਿਧੀ ਚੰਦ ਸਾਹਿਬ ਜੀ, ਬਾਬਾ ਵਿਧੀ ਚੰਦ ਜੀ ਦੇ ਪੁੱਤਰ ਬਾਬਾ ਲਾਲ ਚੰਦ ਜੀ ਹਨ, ਜਿਹੜੇ ਬੜੀ ਮੱਤ ਵਾਲੇ ਹਨ, ਬੜੇ ਸਿਆਣੇ ਹਨ। ਉਹ ਵੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਆ, ਬੈਰਾਗ ਕਰ ਰਹੇ ਆ। ਸਤਿਗੁਰੂ ਜੀ
ਬਾਬਾ ਲਾਲ ਚੰਦ ਜੀ ਨੂੰ ਕਹਿਣ ਲੱਗੇ ਹਨ, ਤੋਹਿਤ ਸੁਰ ਸਿੰਘ ਗ੍ਰਾਮ ਮਝਾਰੇ। ਮਹਾਰਾਜ ਕਹਿਣ ਲੱਗੇ ਲਾਲ ਚੰਦ ਜੀ, ਤੁਹਾਡੇ ਹਿੱਤ ਤੁਹਾਡੇ ਵਾਸਤੇ ਸੁਰ ਸਿੰਘ ਪਿੰਡ ਦੇ ਵਿੱਚ ਭਾਗਮਲ ਸ਼ੁਭ ਸਦਨ ਸੁਧਾਰੇ। ਬਾਬਾ ਭਾਈ ਭਾਗ ਮੱਲ ਜੀ ਨੇ, ਇਹ ਗੁਰੂ ਦਾ ਸਿੱਖ ਸੀ ਸਾਧ ਸੰਗਤ ਜੀ। ਸੁਰ ਸਿੰਘ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਚਰਨ ਪਾਏ ਸਨ। ਭਾਗ ਮੱਲ ਮਹਾਰਾਜ ਦੇ ਸਿੱਖ ਬਣੇ ਸੀਗੇ। ਮਹਾਰਾਜ ਵਾਸਤੇ ਘਰ ਬਣਾਇਆ ਸੀ। ਸਤਿਗੁਰਾਂ ਨੇ ਕਿਹਾ ਸੀ ਕੋਈ ਨਹੀਂ, ਅਸੀਂ ਭਾਵੇਂ ਆਈਏ ਨਾ ਆਈਏ, ਸਾਡਾ ਸਿੱਖ ਆਏਗਾ। ਸੋ ਬਾਬਾ ਲਾਲ ਚੰਦ ਜੀ ਨੂੰ ਮਹਾਰਾਜ ਕਹਿ ਰਹੇ ਆ, ਕਹਿੰਦੇ ਭਾਈ ਤੁਹਾਡੇ ਵਾਸਤੇ ਬਾਬਾ ਭਾਗ ਮੱਲ ਜੀ ਨੇ ਘਰ ਬਣਾ ਕੇ ਰੱਖਿਆ ਸੁਰ ਸਿੰਘ ਵਿੱਚ। ਮੂਰਤ ਗ੍ਰੰਥ ਸੈਂਚੀਆਂ ਲੈ ਕੇ। ਜਾਓ ਭਾਈ ਮੂਰਤ ਗ੍ਰੰਥ ਸੈਂਚੀਆਂ ਲੈ ਕੇ। ਬਾਬਾ ਬਿਧੀ ਚੰਦ ਜੀ ਨੇ ਇੱਕ ਮੂਰਤ ਬਣਵਾਈ ਸੀ ਨਾ ਮਹਾਰਾਜ ਵਾਸਤੇ, ਛੇਵੇਂ ਪਾਤਸ਼ਾਹ ਦੀ ਮੂਰਤ ਬਣਵਾਈ ਸੀ, ਤਸਵੀਰ। ਸਤਿਗੁਰੂ ਕਹਿੰਦੇ ਉਹ ਤਸਵੀਰ ਲੈ ਜਾਓ ਔਰ ਬਿਲਾਵਲ ਰਾਗ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ ਸੀ, ਉਸ ਨੂੰ ਲੈ ਜਾਵੋ। ਤਹਿ ਮਾਤਾ ਜੁਤ ਰਹੋ ਸੁਖ ਪੈ ਕੇ। ਲਾਲ ਚੰਦ ਜੀ ਆਪਣੀ ਮਾਤਾ ਨੂੰ ਨਾਲ ਲੈ ਜਾਓ ਤੇ ਸਾਡੇ ਮਗਰੋਂ ਸੁਰ ਸਿੰਘ ਨਗਰ ਦੇ ਵਿੱਚ ਤੁਸੀਂ ਰਹੋ। ਪਰਮਾਨੰਦ ਸੁੰਦਰ ਸੋ ਕਹਿਓ। ਧੰਨ ਗੁਰੂ ਅਮਰਦਾਸ ਸਤਿਗੁਰੂ ਜੀ ਦਾ ਪਰਿਵਾਰ, ਬਾਬਾ ਪਰਮਾਨੰਦ ਜੀ, ਬਾਬਾ ਸੁੰਦਰ ਜੀ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਚਨ ਕਰਨ ਲੱਗੇ, ਸਦਨ ਬਸੋ ਨਿਜ ਸਭ ਸੁਖ ਲਹਿਓ। ਮਹਾਰਾਜ ਕਹਿੰਦੇ ਸਾਡੇ ਤੋਂ ਬਾਅਦ ਤੁਸੀਂ ਵੀ ਭਾਈ ਗੋਇੰਦਵਾਲ ਚਲੇ ਜਾਇਓ, ਆਪਣੇ ਘਰ ਵਿੱਚ ਰਿਓ, ਸੁੱਖ ਦੇ ਨਾਲ ਰਿਓ। ਵੇਖੋ ਕੱਲੇ ਕੱਲੇ ਨਾਲ ਮੇਰੇ ਸਤਿਗੁਰੂ ਜੀ ਬਚਨ ਕਰਨ ਰਹੇ ਆ, ਤਾਂ ਕਿ ਕੋਈ ਮਹਿਸੂਸ ਨਾ ਕਰੇ ਵੀ ਮਹਾਰਾਜ ਨੇ ਮੇਰੇ ਨਾਲ ਬਚਨ ਨਹੀਂ ਕੀਤਾ। ਹਾਂਜੀ, ਸ਼੍ਰੀ ਗੁਰ ਅਮਰ ਅੰਸ ਵੱਡ ਭਾਗੀ। ਹਾਂ, ਮਹਾਰਾਜ ਸਤਿਗੁਰੂ ਕਹਿਣ ਲੱਗੇ ਤੁਸੀਂ ਵੱਡੇ ਭਾਗਾਂ ਵਾਲੇ ਹੋ, ਵੱਡੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਿਵਾਰ ਹੋ। ਅਪਰ ਛੁਟੈ ਤੁਮਰੇ ਸੰਗ ਲਾਗੀ। ਤੁਹਾਡਾ ਤੇ ਸੰਗ ਕਰਕੇ ਦੂਜਿਆਂ ਦਾ ਉਧਾਰ ਹੋਏਗਾ। ਭਾਈ ਤੁਸੀਂ ਮਹਾਰਾਜ ਸਤਿਗੁਰਾਂ ਦਾ ਪਰਿਵਾਰ ਹੋ, ਵੱਡੀ ਉਪਮਾ ਹੈ ਤੁਹਾਡੀ। ਬਹੁਰ ਨਾਨਕੀ ਦੇਸ਼ ਕੋ ਦੇਖ। ਫਿਰ ਮਹਾਰਾਜ ਸਤਿਗੁਰਾਂ ਨੇ ਆਪਣੇ ਮਹਿਲ ਮਾਤਾ ਨਾਨਕੀ ਜੀ ਵੱਲ ਵੇਖਿਆ, ਜਿਹੜੇ ਬੈਰਾਗ ਕਰ ਰਹੇ ਸੰਤ ਸਾਧ ਸੰਗਤ ਜੀ। ਪਤੀ ਹੈ, ਸਿਰ ਦਾ ਸਾਈਂ ਹੈ, ਬੈਰਾਗ ਤੇ ਆਉਣਾ ਹੀ ਹੈ। ਹਾਂਜੀ, ਕਰਿਓ ਹੁਕਮ ਬਿਦ ਸਕਲ ਪਰੇਖ। ਹਜੂਰ ਗਰੀਬ ਨਵਾਜ ਸਤਿਗੁਰਾਂ ਨੇ ਆਪਣੀ ਪਤਨੀ ਮਾਤਾ ਨਾਨਕੀ ਜੀ ਨੂੰ ਬਚਨ ਕੀਤਾ, ਹਮਰੀ ਜਨਨੀ ਕੀਰ ਸਥਾਨ। ਮਹਾਰਾਜ ਕਹਿਣ ਲੱਗੇ ਨਾਨਕੀ ਜੀ, ਸਾਡੇ ਮਾਤਾ ਜੀ ਮਾਤਾ ਗੰਗਾ ਜੀ, ਜਿੱਥੇ ਉਹਨਾਂ ਸਰੀਰ ਤਿਆਗਿਆ, ਜਿੱਥੇ ਉਹਨਾਂ ਦਾ ਅਸਥਾਨ ਬਣਿਆ ਹੈ, ਨਾਮ ਬਕਾਲਾ ਗ੍ਰਾਮ ਸੋ ਜਾਨ। ਉਹ ਕਿਹੜਾ ਨਗਰ ਹੈ? ਉਹ ਹੈ ਬਕਾਲਾ। ਉਦੋਂ ਬਾਬਾ ਬਕਾਲਾ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪ੍ਰਚਲਿਤ ਕੀਤਾ, ਪਹਿਲਾਂ ਬਕਾਲਾ ਹੀ ਕਹਿੰਦੇ ਸੀ। ਬਕਾਲਾ ਜਿੱਥੇ ਮਹਾਰਾਜ ਕਹਿੰਦੇ ਨਗਰ ਬਣਿਆ, ਤਹਾਂ ਬਾਸ ਅਬ ਕਰੋ ਸੁਖਾਰੇ। ਸਾਡੇ ਮਗਰੋਂ ਤੁਸੀਂ ਵੀ ਕਹਿਣ ਲੱਗੇ ਬਕਾਲੇ ਵਿੱਚ ਚਲੇ ਜਾਣਾ। ਕਿਉਂ ਜੀ? ਭਾਈ ਮਿਹਰਾ ਸੀਗਾ ਬਕਾਲੇ ਵਿੱਚ, ਜਿਨੇ ਸਤਿਗੁਰਾਂ ਨੂੰ ਆਪਣੇ ਘਰ ਵਿੱਚ ਬਿਠਾਇਆ ਸੀ, ਚਰਨ ਪਵਾਏ ਸੀ। ਭਾਈ ਮੇਰੇ ਨੇ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਮੇਰੇ ਘਰ ਕੁਝ ਦਿਨ ਰਹੋ। ਮਹਾਰਾਜ ਕਹਿਣ ਲੱਗੇ, ਭਾਈ ਮੇਰੇ ਹੁਣ ਤਾਂ ਜਾਣਾ ਪੈਣਾ, ਪਰ ਸਮਾਂ ਆਏਗਾ ਕਈ ਸਾਲ ਤੇਰੇ ਘਰ ਆ ਕੇ ਰਵਾਂਗੇ। ਉਹ ਬਚਨ ਵੀ ਸੱਚਾ ਕਰਨਾ ਸੀ ਨਾ। ਹਾਂਜੀ, ਸਮਾ ਉਡੀਕਹੁ ਜਥਾ ਉਚਾਰੇ। ਮਹਾਰਾਜ ਕਹਿਣ ਲੱਗੇ ਨਾਨਕੀ ਜੀ, ਜਿਵੇਂ ਤੁਹਾਨੂੰ ਬਚਨ ਕੀਤਾ ਹੈ ਨਾ, ਹੁਣ ਸਮਾਂ ਉਡੀਕਿਓ ਕਹਿਣ ਲੱਗੇ। ਹਾਂਜੀ,
ਸੁਤ ਕੋ ਸੁਤ ਪ੍ਰਤਾਪ ਜੁਤ ਦੇਖ। ਤੁਹਾਡੀ ਬੜੀ ਲੰਮੀ ਉਮਰ ਹੈ, ਤੁਸੀਂ ਆਪਣੇ ਪੁੱਤ ਦੇ ਪੁੱਤ ਦਾ ਪ੍ਰਤਾਪ ਆਪਣੀਆਂ ਅੱਖਾਂ ਨਾਲ ਦੇਖੋਗੇ। ਭਾਵ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਚਨ ਕੀਤਾ ਜੀ। ਹਾਂਜੀ। ਤਵ ਸ਼ਰੀਰ ਕੀ ਬੈਸ ਵਿਸ਼ੇਖ। ਨਾਨਕੀ ਜੀ ਕਿਤੇ ਸਰੀਰ ਛੱਡਣ ਦਾ ਫੁਰਨਾ ਨਾ ਬਣਾ ਲਿਓ। ਤੁਹਾਡੀ ਸਰੀਰਕ ਉਮਰ ਜਿਹੜੀ ਹੈ ਉਹ ਬੜੀ ਲੰਮੀ ਉਮਰ ਹੈ, ਮਹਾਰਾਜ ਕਹਿਣ ਲੱਗੇ। ਹਾਂਜੀ। ਅਨੇਕ ਰੰਗ ਕੋ ਸਮਾ ਨਿਹਰ ਕੈ। ਹਾਂ, ਅਨੇਕ ਤਰ੍ਹਾਂ ਦਾ ਸਮਾਂ ਆਉਣਾ, ਬੜੇ ਖੁਸ਼ੀਆਂ ਦੇ ਸਮੇਂ ਵੀ ਤੁਸੀਂ ਅਜੇ ਦੇਖਣੇ ਹਨ। ਪੁਨ ਆਵੋ ਤਨ ਤਿਆਗਨ ਕਰ ਕੈ। ਫਿਰ ਸਰੀਰ ਤਿਆਗ ਦਿਓ ਕਹਿਣ ਲੱਗੇ, ਕਿਉਂਕਿ ਮਾਤਾ ਨਾਨਕੀ ਜੀ ਨੇ ਫੁਰਨਾ ਬਣਾ ਲਿਆ ਸੀ ਵੀ ਮੈਂ ਆਪਣਾ ਸਰੀਰ ਤਿਆਗ ਦੇਣਾ। ਮਹਾਰਾਜ ਨੇ ਕਿਹਾ ਸੀ ਮੁੜ ਸਰੀਰ ਤਿਆਗਿਓ ਜਦੋਂ ਸਮਾਂ ਹੋਏਗਾ। ਤਬ ਸੂਰਜ ਮਲ ਦ੍ਰਿਗ ਜਲ ਸ਼ੋਰਾ। ਹੁਣ ਬਾਬਾ ਸੂਰਜ ਮੱਲ ਜੀ ਦੀ ਵਾਰੀ ਆ ਗਈ ਜੀ। ਪੁੱਤ ਬਾਪ ਦਾ ਦੁਨੀਆ 'ਚ ਜਾਣਾ ਕੀ ਹੁੰਦਾ ਹੈ ਗੁਰਮੁਖੋ, ਇਹ ਉਹਨੂੰ ਪੁੱਛੋ ਜਿਹਦੇ ਸਿਰ ਤੇ ਪਿਓ ਨਹੀਂ ਹੈਗਾ। ਬਾਬਾ ਸੂਰਜ ਮੱਲ ਜੀ ਬੜਾ ਬੈਰਾਗ ਕਰਨ, ਨੇਤਰਾਂ 'ਚੋਂ ਜਲ ਵਹਿ ਰਿਹਾ ਹੈ। ਹਾਥ ਜੋਰ ਬੋਲਿਓ ਗੁਰ ਓਰਾ। ਹੱਥ ਜੋੜ ਕੇ ਬਾਬਾ ਸੂਰਜ ਮੱਲ ਜੀ ਸਤਿਗੁਰੂ ਨੂੰ ਬੇਨਤੀ ਕਰਨ ਲੱਗੇ ਹਨ। ਮੁਝ ਪ੍ਰਤ ਹੁਕਮ ਕਰੋ ਜਿਮ ਰਹੋ। ਗਰੀਬ ਨਵਾਜ ਪਿਤਾ ਜੀ, ਮੈਨੂੰ ਕੀ ਹੁਕਮ ਹੈ? ਮਹਾਰਾਜ ਮੈਂ ਆਪ ਜੀ ਦੇ ਮਗਰੋਂ ਕੀ ਕਰਾਂਗਾ? ਕਿਹ ਠਾਂ ਜਾਏ ਬਾਸ ਕੋ ਲਹੋ। ਮਹਾਰਾਜ ਮੈਂ ਕਿੱਥੇ ਜਾਵਾਂਗਾ? ਤੁਹਾਡੇ ਬਾਅਦ ਕਿਸ ਜਗ੍ਹਾ ਜਾ ਕੇ ਰਹਾਂ? ਸ਼੍ਰੀ ਹਰਿ ਰਾਏ ਸਮੀਪੀ ਹੋਏ। ਤੇ ਮਹਾਰਾਜ ਕੀ ਮੈਂ ਹਰ ਰਾਏ ਸਾਹਿਬ ਦੇ ਸਮੀਪ ਰਵਾਂ, ਕੀਰਤਪੁਰ ਸਾਹਿਬ ਵਿੱਚ ਰਹਾਂ? ਹਾਂਜੀ। ਕਿਦੋਂ ਅਪਰ ਕੀ ਆਗਿਆ ਮੋਹੇ। ਜਾਂ ਮੈਂ ਵੀ ਕਿਸੇ ਹੋਰ ਨਗਰ ਵਿੱਚ ਜਾਵਾਂ? ਮਹਾਰਾਜ ਮੈਨੂੰ ਕੀ ਹੁਕਮ? ਕਿਉਂਕਿ ਗੁਰੂ ਤੇਗ ਬਹਾਦਰ ਜੀ ਨੂੰ ਬਕਾਲੇ ਜਾਣ ਦਾ ਹੁਕਮ ਹੋ ਗਿਆ। ਸਤਿਗੁਰੂ ਜੀ ਮੈਨੂੰ ਕੀ ਹੁਕਮ ਹੈ? ਸੁਨ ਸਤਿਗੁਰ ਸੁਤ ਕੀ ਦਿਸ਼ ਹੇਰੇ। ਮਹਾਰਾਜ ਗਰੀਬ ਨਵਾਜ ਸਤਿਗੁਰਾਂ ਨੇ ਬਾਬਾ ਸੂਰਜ ਮੱਲ ਜੀ ਦੇ ਬਚਨ ਸੁਣੇ ਤੇ ਆਪਣੇ ਪੁੱਤਰ ਬਾਬਾ ਸੂਰਜ ਮੱਲ ਜੀ ਵੱਲ ਦੇਖਣ ਲੱਗੇ। ਕਹਿਓ ਕਿ ਜਥਾ ਭਾਉ ਉਰ ਤੇਰੇ। ਹਾਂਜੀ। ਤਥਾ ਕਰੋ ਬੜ ਬੰਸ ਬਦੈ ਹੈ। ਮਹਾਰਾਜ ਕਹਿਣ ਲੱਗੇ ਸੂਰਜ ਮੱਲ ਜੀ ਜਿਵੇਂ ਤੁਹਾਡੀ ਇੱਛਾ ਉਵੇਂ ਹੀ ਕਰ ਲਿਓ। ਕਹਿਣ ਲੱਗੇ ਤੁਹਾਡੀ ਅੰਸ ਬੰਸ ਪਰਿਵਾਰ ਬਹੁਤ ਵਧੇਗਾ। ਫਿਰਤ ਘਿਰਤ ਗੁਰਤਾ ਕੋ ਪੈ ਹੈ। ਮੁੜ ਘੁੜ ਕੇ ਤੁਰਦਿਆਂ ਫਿਰਦਿਆਂ ਗੁਰਤਾ ਦਾ ਆਨੰਦ ਤੁਹਾਡੀ ਸੰਤਾਨ ਵੀ ਭੋਗੇਗੀ। ਹਾਂਜੀ। ਸਿੱਖ ਸੰਗਤ ਮੈਂ ਤੁਮਰੋ ਬੰਸ। ਸਿੱਖ ਸੰਗਤਾਂ ਵਿੱਚ ਤੁਹਾਡਾ ਜਿਹੜਾ ਪਰਿਵਾਰ ਹੋਏਗਾ ਹੋਏ ਪੂਜ ਸਭ ਕੇ ਅਵਤੰਸ਼। ਉਹ ਪੂਜਨੀਕ ਹੋਏਗਾ। ਤੁਹਾਡੇ ਪਰਿਵਾਰ ਦੀ ਸੰਗਤ ਪੂਜਾ ਕਰਿਆ ਕਰੇਗੀ। ਇਹ ਬਚਨ ਮਹਾਰਾਜ ਤਾਂ ਬਾਬਾ ਸੂਰਜ ਮੱਲ ਜੀ ਨੂੰ ਕਰ ਰਹੇ ਵੀ ਕਿਤੇ ਮਨ ਡੋਲ ਹੀ ਨਾ ਜਾਵੇ। ਹਾਂਜੀ। ਅਣੀ ਰਾਏ ਰਹਿ ਮਸਤ ਨਾ ਬੋਲੇ। ਹਾਂ, ਬਾਬਾ ਅਣੀ ਰਾਏ ਜੀ ਬਾਰੇ ਪੁੱਛਿਆ ਸੀ ਮੈਨੂੰ ਵੀ ਉਹਨਾਂ ਦਾ ਕੀ ਬਣਿਆ। ਬਾਬਾ ਅਣੀ ਰਾਏ ਜੀ ਵੀ ਸੰਗਤ 'ਚ ਬੈਠੇ ਆ। ਮਹਾਰਾਜ ਦੇ ਸਕੇ ਪੁੱਤ ਨੇ, ਬੜੀ ਵੱਡੀ ਹਸਤੀ ਹੈ। ਪਰ ਬਾਬਾ ਅਣੀ ਰਾਏ ਜੀ ਬਿਲਕੁਲ ਮਸਤ ਬੈਠੇ ਆ, ਬੋਲ ਨਹੀਂ ਰਹੇ ਕੁਛ ਵੀ ਨਾ ਉਹਨਾਂ ਸੋਗ ਜਤਾਇਆ ਨਾ ਖੁਸ਼ੀ ਜਤਾਈ ਜੀ। ਹਾਂਜੀ। ਬ੍ਰਹਮ ਗਿਆਨ ਮੈਂ ਬ੍ਰਿਤੀ ਅਡੋਲੇ। ਉਹ ਬ੍ਰਹਮ ਗਿਆਨ 'ਚ ਬਿਰਤੀ ਟਿਕੀ ਹੋਈ ਉਹਨਾਂ ਦੀ ਜੀ। ਉਹਨਾਂ ਕੋਈ ਬਚਨ ਨਹੀਂ ਕੀਤਾ। ਤਿਮ ਸ਼੍ਰੀ ਤੇਗ ਬਹਾਦਰ ਦੋਏ। ਉਧਰੋਂ ਗੁਰੂ ਤੇਗ ਬਹਾਦਰ ਸਾਹਿਬ ਹਾਥ ਜੋਰ ਨਿਮਰੀ ਸਿਰ ਹੋਏ। ਉਹ ਵੀ ਹੱਥ ਜੋੜ ਕੇ ਬੈਠੇ ਤੇ ਸਿਰ ਨੀਵਾਂ ਕੀਤਾ ਜੀ। ਹਾਂਜੀ। ਪੁਨ ਸੰਗਤ ਅਰ ਬ੍ਰਿੰਦ ਮਸੰਦ।
ਸ਼੍ਰੀ ਹਰਿ ਗੋਬਿੰਦ ਕਹਿਓ ਬਿਲੰਦ। ਹੁਣ ਮਹਾਰਾਜ ਅੰਤਮ ਬਚਨ ਕਰਨ ਲੱਗੇ ਆ। ਸਾਰੀ ਸੰਗਤ ਨੂੰ ਮਹਾਰਾਜ ਕਹਿਣ ਲੱਗੇ, ਚੰਗਾ ਫਿਰ ਸੰਗਤ ਜੀ। ਮਹਾਰਾਜ ਨੇ ਉੱਚੀ ਸਾਰੀ ਬਚਨ ਕੀਤਾ, ਮਮ ਸਰੂਪ ਅਬ ਸ਼੍ਰੀ ਹਰਿ ਰਾਏ। ਅੱਜ ਤੋਂ ਸਾਡਾ ਰੂਪ ਸਾਡੀ ਜਗ੍ਹਾ ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਹੋਣਗੇ। ਹਾਂਜੀ, ਮਮ ਸਮਾਨ ਹੋਏ ਮੋਦ ਉਪਾਏ। ਸਾਡੇ ਵਾਂਗੂ ਉਹਨਾਂ ਦਾ ਸਤਿਕਾਰ ਕਰਿਓ, ਕਹਿਣ ਲੱਗੇ। ਹਾਂਜੀ, ਇਹ ਸਭ ਹਿਨ ਕੋ ਲੇਹ ਸੰਭਾਰ। ਸਾਨੂੰ ਮਹਾਰਾਜ ਕਹਿੰਦੇ ਨਿਸ਼ਚਾ ਹੈ, ਹਰਿ ਰਾਏ ਜੀ ਤੁਹਾਨੂੰ ਸਾਰਿਆਂ ਨੂੰ ਸੰਭਾਲ ਲੈਣਗੇ। ਕਰੇ ਉਤਾਰਨ ਭਵਜਲ ਪਾਰ। ਇਹ ਤੁਹਾਡੇ ਬੇੜੇ ਪਾਰ ਕਰਨਗੇ ਭਵਜਲ ਤੋਂ। ਗੁਰਮੁਖੋ ਚਲੋ ਠੀਕ ਹੈ, ਆਪਾਂ ਸਿੱਧਾ ਸਿੱਧੀਆਂ ਇਹ ਗੱਲਾਂ ਬੋਲ ਰਹੇ ਹਾਂ, ਪਰ ਉਹ ਸਮਾਂ ਬੜਾ ਬੈਰਾਗਮਈ ਸੀਗਾ ਜੀ। ਬਹੁਤ ਬੈਰਾਗਮਈ ਸਮਾਂ ਹੈ ਇਹ। ਹਾਂਜੀ, ਸ਼ਰਧਾ ਧਰਹਿ ਕਾਮ ਨਾ ਪਾਵੈ। ਮਹਾਰਾਜ ਕਹਿੰਦੇ ਗੁਰਸਿੱਖੋ, ਜਿਹੜਾ ਸ਼ਰਧਾ ਧਾਰਨ ਕਰੇਗਾ ਹਰਿ ਰਾਏ ਜੀ ਦੇ ਉੱਤੇ, ਉਹਦੀਆਂ ਸਾਰੀਆਂ ਹੀ ਭਾਵਨਾਵਾਂ ਪੂਰੀਆਂ ਹੋਣਗੀਆਂ। ਪਿਆਰ ਨਾਲ ਕਹੋ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ। ਹਾਂਜੀ, ਜੋ ਤਰਕ ਹੈ ਸਭ ਆਪਨ ਗਵਾਵੈ। ਮਹਾਰਾਜ ਕਹਿੰਦੇ ਜਿਹੜਾ ਤਰਕਾਂ ਕਰੇਗਾ ਵੀ ਨਹੀਂ ਇਹ ਤੇ ਪੁੱਤਰ ਹੈ, ਉਹਦੇ ਕੋਲ ਜੋ ਹੈ ਉਹ ਵੀ ਗਵਾਚ ਜਾਏਗਾ। ਉਹ ਆਪਣਾ ਸਭ ਕੁਝ ਖਰਾਬ ਕਰ ਬੈਠੇਗਾ। ਜਿਹੜਾ ਇਸ ਗੱਲ ਉੱਤੇ ਤਰਕ ਕਰੇਗਾ, ਲੋਕ ਪਰਲੋਕ ਦੁਖੀ ਸੋ ਰਹੈ। ਲੋਕ ਪਰਲੋਕ ਚੋਂ ਦੁਖੀ ਰਹੇਗਾ। ਜਿਉਂਦਾ ਜੀ ਤੇ ਦੁਖੀ ਰਹੇਗਾ, ਉਹ ਮਰ ਕੇ ਵੀ ਦੁਖੀ ਰਹੇਗਾ। ਜਿਹੜਾ ਹਰਿ ਰਾਏ ਸਾਹਿਬ ਜੀ ਉੱਤੇ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਕਰੇਗਾ, ਸੁਖ ਕੋ ਲੇਸ਼ ਮਾਤਰ ਨ ਲਹੈ। ਲੇਸ਼ ਮਾਤਰ ਥੋੜਾ ਜਿੰਨਾ ਵੀ ਸੁਖ ਉਹਨੂੰ ਨਹੀਂ ਮਿਲੇਗਾ। ਸਭ ਸੁਨ ਕਰ ਤਬ ਗਰੀਬ ਨਿਵਾਈ। ਸਾਰਿਆਂ ਨੇ ਸੁਣ ਕੇ ਮੱਥਾ ਟੇਕਿਆ। ਮਹਾਰਾਜ ਸਤ ਬਚਨ, ਪਰ ਬੈਰਾਗ ਸੁੱਕਣ ਦਾ ਨਾਂ ਨਹੀਂ ਲੈ ਰਿਹਾ ਗੁਰਮੁਖੋ। ਹਾਂਜੀ, ਆਪ ਜਥਾ ਆਇਸ ਫੁਰਮਾਈ। ਮਹਾਰਾਜ ਜਿਵੇਂ ਆਪ ਜੀ ਨੇ ਆਗਿਆ ਕੀਤੀ ਹੈ, ਜਿਵੇਂ ਆਪ ਜੀ ਨੇ ਹੁਕਮ ਕੀਤਾ ਹੈ, ਸੋ ਸਭ ਕੇ ਸਿਰ ਪਰ ਹਿਤ ਵਾਰੀ। ਮਹਾਰਾਜ ਉਹ ਸਾਡੇ ਭਲੇ ਵਾਸਤੇ ਆ, ਅਸੀਂ ਸਿਰ ਪਰਨੇ ਮੰਨਦੇ ਆ ਆਪ ਜੀ ਦਾ ਹੁਕਮ। ਹਾਂਜੀ, ਮਾਨੈ ਸਾਦਰ ਆਨੰਦ ਧਾਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤਾਂ ਸਿੱਖ ਹਾਂ, ਆਪ ਜੀ ਦਾ ਬਚਨ ਮੰਨਣਾ ਹੀ ਸਾਡਾ ਇੱਕ ਆਧਾਰ ਹੈ। ਜਿਮ ਸ਼੍ਰੀ ਅਰਜਨ ਤੇ ਤੁਮ ਲਖੈ। ਹਾਂ ਮਹਾਰਾਜ, ਜਿਵੇਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ, ਕਿਉਂਕਿ ਭਾਈ ਗੜੀਆ ਵਰਗੇ ਸਿੱਖ ਬੈਠੇ ਆ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ। ਮਹਾਰਾਜ ਜਿਵੇਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਅਸੀਂ ਆਪ ਜੀ ਨੂੰ ਸ਼੍ਰੋਮਣੀ ਮੰਨਿਆ ਨਾ। ਹਾਂਜੀ, ਤਿਮ ਤੁਮ ਤੇ ਇਨ ਕੋ ਸਭ ਪਿਖੈ। ਹੁਣ ਮਹਾਰਾਜ ਆਪ ਜੀ ਤੋਂ ਉਪਰੰਤ ਇਹਨਾਂ ਨੂੰ ਆਪਾਂ ਮੁਖੀ ਮੰਨਾਂਗੇ। ਹਾਂਜੀ, ਸਪਤਮ ਗੁਰੂ ਸਰੂਪ ਇਹ ਹੋਏ। ਸਾਡੇ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਇਹ ਸਾਡੇ 7ਵੇਂ ਗੁਰੂ ਹਨ। ਹਾਂਜੀ, ਗੁਰਤਾ ਦਈ ਤਬਹਿ ਤੇ ਜੋਏ। ਮਹਾਰਾਜ ਤਾਈਓ ਆਪ ਜੀ ਨੇ ਆਪ ਆਪਣੀ ਹਯਾਤੀ ਵਿੱਚ ਗੁਰਤਾ ਬਖਸ਼ਿਸ਼ ਕੀਤੀ ਹੈ। ਜਿਸ ਥਲ ਦਿਪੈ ਆਪ ਕੀ ਜੋਤ। ਇਹ ਗਰੀਬ ਨਵਾਜ, ਜਿਸ ਜਗ੍ਹਾ ਆਪ ਜੀ ਦੀ ਜੋਤ ਜਗਦੀ ਹੈ, ਤੇਜ ਪ੍ਰਤਾਪ ਉਦਾਰ ਉਦੋਤ। ਤੇ ਮਹਾਰਾਜ ਉਹਨਾਂ ਦਾ ਤਾਂ ਤੇਜ ਪ੍ਰਤਾਪ ਹੀ ਵੱਧ ਜਾਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਤੇਜ ਪ੍ਰਤਾਪ ਹੈ ਹਰਿ ਰਾਏ ਜੀ ਦਾ ਵੱਧ ਗਿਆ। ਹੁਣ ਮਹਾਰਾਜ ਕਿਰਪਾ ਕਰੋ, ਜਾਂਦੀ ਵਾਰੀ ਕੋਈ ਕਥਾ ਹੀ ਸੁਣਾ ਦਿਓ। ਆਖੋ ਸ਼੍ਰੀ ਵਾਹਿਗੁਰੂ। ਮਹਾਰਾਜ ਕੋਈ ਉਪਦੇਸ਼ ਹੀ ਦੇ ਦਿਓ, ਕੋਈ ਬਾਣੀ ਦਾ ਉਪਦੇਸ਼ ਦੇ ਦਿਓ। ਨਦੀ ਨਾਵ ਸੰਜੋਗੀ ਮੇਲੇ, ਮੁੜ ਪਤਾ ਨਹੀਂ ਇਹ ਖੇਡ ਬਣਨੀ ਹੈ ਨਹੀਂ ਬਣਨੀ।
ਇਸ ਤਰ੍ਹਾਂ ਸੰਗਤ ਨੇ ਬਹਿਣਾ ਨਹੀਂ ਬਹਿਣਾ, ਆਪ ਜੀ ਨੇ ਵਿੱਚ ਬਹਿਣਾ ਨਹੀਂ ਬੈਠਣਾ, ਕਿਰਪਾ ਕਰਕੇ ਸਾਨੂੰ ਗੁਰਬਾਣੀ ਦਾ ਕੋਈ ਉਪਦੇਸ਼ ਦੇ ਦਿਓ। ਇਹ ਮਹਾਰਾਜ ਆਪ ਸਾਡੇ ਤੇ ਕਿਰਪਾ ਕਰ ਦਿਓ। ਹਾਂਜੀ, ਇਹ ਮਸੋਨਾ ਸ਼੍ਰੀ ਮੁਖ ਇਮ ਸੁਨ ਸਭ ਸੰਗਤ ਕੀ ਬਾਣੀ। ਜਦੋਂ ਸੰਗਤਾਂ ਨੇ ਇਸ ਤਰ੍ਹਾਂ ਮਹਾਰਾਜ ਨੂੰ ਬੇਨਤੀ ਕੀਤੀ ਨਾ, ਤੇ ਗੁਰੂ ਅਰਜਨ ਦੇਵ ਜੀ ਸਾਰੀ ਸੰਗਤ ਦੀ ਗੱਲ ਸੁਣ ਕੇ ਹਿਤੇ ਆਪਣੇ ਘਰ ਜੋਰ ਬਖਾਨੀ। ਸੰਗਤ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਕੋਈ ਉਪਦੇਸ਼ ਦੇ ਦਿਓ। ਹੁਣ ਇਹ ਸਮਝਿਓ ਵੀ ਇਹ ਸਾਨੂੰ ਮਹਾਰਾਜ ਕਹਿ ਰਹੇ ਆ। ਹਾਂਜੀ, ਸ਼੍ਰੀ ਹਰਿ ਗੋਬਿੰਦ ਧੀਰ ਵਿਸ਼ੇਸ਼ ਕਹਿਓ ਸ਼ਬਦ ਦੁਆਰਾ ਉਪਦੇਸ਼। ਗਰੀਬ ਨਵਾਜ ਧੀਰਜ ਧਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫਿਰ ਉਪਦੇਸ਼ ਬਖਸ਼ਿਸ਼ ਕੀਤਾ। ਵੇਖੋ, ਗੁਰੂ ਹਰਗੋਬਿੰਦ ਸਾਹਿਬ ਨੇ ਆਪ ਤਾਂ ਨਹੀਂ ਬਾਣੀ ਉਚਾਰੀ ਕੋਈ, ਪਰ ਵੱਡੇ ਸਤਿਗੁਰਾਂ ਦੀ ਬਾਣੀ ਨੂੰ ਮਹਾਰਾਜ ਪ੍ਰਚਾਰ ਦੇ ਰਹੇ ਹੈ। ਸਤਿਗੁਰੂ ਜੀ ਉਪਦੇਸ਼ ਦੇਣ ਲੱਗੇ। ਸ੍ਰੀ ਮੁਖ ਵਾਕ ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੀ ਬਾਣੀ, ਪਿਆਰ ਨਾਲ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਰੀ ਸਭਾ ਵਿੱਚ ਬੈਠੇ ਸਤਿਗੁਰੂ ਜੀ ਮਹਾਰਾਜ ਆਪ ਆਪਣੀ ਰਸਨਾ ਤੋਂ ਸੰਗਤ ਨੂੰ ਉਪਦੇਸ਼ ਦੱਸ ਰਹੇ ਹੈ। ਹਾਂਜੀ, ਨਹੀਂ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਸਤਿਗੁਰੂ ਗਰੀਬ ਨਵਾਜ ਜੀ ਨੇ ਬਚਨ ਕੀਤਾ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਗੁਰਸਿੱਖੋ, ਲੋਕ ਆਪਣੇ ਵਿਹੜਿਆਂ ਵਿੱਚ ਚਾਨਣ ਕਰਦੇ, ਆਂਗਣ ਕਹਿੰਦੇ ਆ ਵਿਹੜੇ ਨੂੰ। ਜਿਨ੍ਹਾਂ ਦੇ ਵਿਹੜਿਆਂ ਵਿੱਚ ਹਨੇਰਾ ਹੋਵੇ ਨਾ, ਲੋਕ ਸਮਝਦੇ ਇੱਥੇ ਵਸਦਾ ਨਹੀਂ ਕੋਈ। ਜਿਸ ਘਰ ਵਿੱਚ ਕੋਈ ਵਸਦਾ, ਉਹਨਾਂ ਦੇ ਵਿਹੜੇ ਵਿੱਚ ਚਾਨਣ ਹੁੰਦਾ। ਗੁਰਮੁਖੋ, ਦੀਵਾ ਜਗਦਾ। ਪਹਿਲਾਂ ਦੀਵੇ ਜਗਦੇ ਸੀ, ਹੁਣ ਬਲਬ ਲੱਗਦੇ ਆ, ਟਿਊਬ ਲੱਗਦੀ ਹੈ, ਲਾਈਟ ਲਾਉਨੇ ਆ। ਮਹਾਰਾਜ ਅੰਤਮ ਸਮੇਂ ਉਪਦੇਸ਼ ਦੇ ਰਹੇ ਆ ਬਾਣੀ ਦਾ। ਗੁਰਸਿੱਖੋ, ਗੁਰਸਿੱਖੋ, ਜੇ ਚਾਨਣ ਕਰਨਾ ਹੀ ਹੈ ਨਾ ਆਪਣੇ ਵਿਹੜੇ ਵਿੱਚ, ਜਿਵੇਂ ਬਾਹਰੀ ਵਿਹੜੇ ਵਿੱਚ ਚਾਨਣ ਕਰਨ ਵਾਸਤੇ ਦੀਵਾ ਜਗਾਉਂਦੇ ਆ, ਆਪਣੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਜੇ ਚਾਨਣ ਕਰਨਾ ਤੇ ਪਰਮੇਸ਼ਰ ਦੇ ਨਾਮ ਦਾ ਚਾਨਣ ਕਰੋ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਕਿਉਂ? ਗੁਰਮੁਖੋ, ਨਾਮ ਜਪਿਆਂ ਅੰਦਰ ਚਾਨਣ ਹੁੰਦਾ ਜੀ। ਬੜੀਆਂ ਥਾਵਾਂ ਤੇ ਬਾਣੀ ਚ ਹੁੰਦਾ ਪ੍ਰਗਾਸ। ਪ੍ਰਗਾਸ ਦਾ ਅਰਥ ਖਿੜਨਾ, ਚਾਨਣ ਹੋਣਾ। ਕਈਆਂ ਦੇ ਅੰਦਰ ਹਨੇਰਾ ਹੁੰਦਾ ਜੀ। ਹਾਂਜੀ, ਹਨੇਰਾ ਹੁੰਦਾ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਜ਼ਿੰਦਗੀ ਅੰਧ ਧੁੰਦ ਹੁੰਦੀ ਹੈ। ਜਿਹੜੇ ਨਾਮ ਜਪਦੇ ਉਹਨਾਂ ਦੇ ਅੰਦਰ ਚਾਨਣ ਹੁੰਦਾ, ਚਾਨਣ। ਆਪਣੇ ਪਿੰਡਾਂ ਦੇ ਲੋਕ ਬੜੇ ਸਿੱਧੇ ਸਾਧੇ, 8-7 ਸਾਲ ਪੁਰਾਣੀ ਗੱਲ ਹੋਣੀ ਹੈ। ਇਧਰ ਛਾਟੇ ਲਾਗੇ ਮੈਂ ਕਥਾ ਕਰਨ ਗਿਆ। ਇੱਕ ਮਾਈ ਕਹਿਣ ਲੱਗੀ ਗ੍ਰੰਥੀ ਸਿੰਘ ਨੂੰ ਵੀ ਬਾਬਾ ਜੀ ਨੂੰ ਪੁੱਛੋ, ਗੱਲਾਂ ਤੇ ਬੜੀਆਂ ਸੋਹਣੀਆਂ ਕਰਦੇ, ਚਾਨਣ ਵੀ ਹੈਗਾ ਇਹਨਾਂ ਨੂੰ ਕੋਈ? ਚਾਨਣ ਵੀ ਹੈਗਾ ਕੋਈ? ਉਦੋਂ ਮੈਨੂੰ ਸਮਝ ਨਹੀਂ ਆਈ। ਹੁਣ ਚਾਨਣ ਦੇ ਵੀ ਦੋ ਅਰਥ ਹੈ, ਵੀ ਕੋਈ ਪੁੱਛ ਪੱਛ ਵੀ ਦੇ ਦਿੰਦੇ ਕਿ ਨਹੀਂ ਦੇ ਦਿੰਦੇ, ਉਹਨੂੰ ਵੀ ਚਾਨਣ ਕਹਿੰਦੇ ਆ। ਪਰ ਇੱਕ ਚਾਨਣ ਹੈ ਵੀ ਅੰਦਰ ਜਗਿਆ ਕਿ ਨਹੀਂ ਜਗਿਆ। ਅੰਦਰ ਕਿੰਨਾ ਕੁ ਜਗਿਆ ਜੀ, ਅੰਦਰ ਕਿੰਨੀ ਕੁ ਰੌਸ਼ਨੀ ਹੈ। ਜਿਵੇਂ ਮਹਾਰਾਜ ਕਹਿੰਦੇ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਕਿਹੜਾ ਦੀਵਾ ਬਲਦਾ ਅੰਦਰ?
ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ। ਨਾਮ ਦਾ ਦੀਵਾ, ਨਾਮ ਦੀ ਬਾਤੀ, ਨਾਮ ਦੀ ਜੋਤ ਹੈ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਭਵਨ ਸਗਲਾਰੇ। ਮਹਾਰਾਜ ਕਹਿੰਦੇ ਗੁਰਸਿੱਖੋ, ਜਿਵੇਂ ਆਂਗਣ ਵਿੱਚ ਵਿਹੜੇ ਵਿੱਚ ਚਾਨਣ ਕਰਦੇ ਹੋ ਨਾ, ਉਵੇਂ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਚਾਨਣਾ ਕਰੋ। ਪ੍ਰਭ ਜੀਓ ਅੰਤਰ ਚਾਨਣਾ, ਪਰਮੇਸ਼ਰ ਦੇ ਨਾਮ ਦਾ ਅੰਦਰ ਚਾਨਣਾ ਕਰੋ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਆਰਾਧਨਾ, ਆਰਾਧਨਾ ਹੁੰਦਾ ਚੇਤੇ ਕਰਨ ਨੂੰ। ਚੇਤੇ ਕਰਨ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਹੈ? ਚੇਤੇ ਵਿੱਚੋਂ ਕਿਹੜਾ ਚੇਤਾ ਵਧੀਆ ਹੈ? ਮਹਾਰਾਜ ਕਹਿੰਦੇ ਹਰ ਹਰ ਨਾਮ ਆਰਾਧਨਾ। ਉਹ ਹੈ ਪਰਮੇਸ਼ਰ ਦਾ ਨਾਮ ਆਰਾਧਨਾ, ਪਰਮੇਸ਼ਰ ਨੂੰ ਆਰਾਧਨਾ। ਹਾਂਜੀ। ਤਿਆਗਨਾ ਤਿਆਗਨ ਨੀਕਾ। ਜੇ ਤਿਆਗਣਾ ਵਾ ਕੁਝ, ਤਿਆਗਣਾ ਕਹਿੰਦੇ ਛੱਡਣ ਨੂੰ। ਜੇ ਕੁਝ ਛੱਡਣਾ, ਕਹਿੰਦੇ ਜੀ ਇਹਨੇ ਆਹ ਛੱਡਤਾ, ਇਹਨੇ ਆਹ ਛੱਡਤਾ। ਕਈ ਕਹਿੰਦਾ ਮੈਂ ਆਪਣੇ, ਕੋਈ ਕਹਿੰਦਾ ਮੈਂ ਰਿਸ਼ਤੇਦਾਰ ਹੀ ਛੱਡੇ ਆ, ਮੈਂ ਨਹੀਂ ਫਲਾਣੇ ਨੂੰ ਬੁਲਾਉਂਦਾ, ਮੈਂ ਉਹਨੂੰ ਛੱਡਤਾ ਆ। ਮਹਾਰਾਜ ਕਹਿੰਦੇ ਜੇ ਕਿਸੇ ਨੂੰ ਛੱਡਣਾ ਹੀ ਹੈ, ਤੇ ਛੱਡਣ ਵਾਲਿਆਂ ਵਿੱਚੋਂ ਸਭ ਤੋਂ ਉੱਤਮ ਛੱਡਣਾ ਕੀ ਹੈ? ਕਾਮ ਕ੍ਰੋਧ ਲੋਭ ਤਿਆਗਨਾ। ਹਾਂ, ਜੇ ਕੁਝ ਛੱਡਣਾ ਹੀ ਹੈ ਤੇ ਕਾਮ ਛੱਡੋ। ਗੁੱਸਾ ਛੱਡ ਦਿਓ, ਲੋਭ ਛੱਡ ਦਿਓ। ਕਾਮ ਕ੍ਰੋਧ ਲੋਭ ਤਿਆਗਣਾ, ਤਿੰਨੋਂ ਚੀਜ਼ਾਂ ਅੰਦਰ ਬੜੀਆਂ ਛੱਡੀਆਂ ਜਾਂਦੀਆਂ ਜੀ ਕਿਤੇ। ਵਾਹਿਗੁਰੂ। ਕਾਮ ਦੀ ਪ੍ਰਵਿਰਤੀ ਵੀ ਇੰਨੀ ਜ਼ਿਆਦਾ ਵੀ ਬੰਦਾ ਤੁਰੇ ਤੁਰੇ ਜਾਂਦਾ ਹੀ ਬੜਾ ਕੁਝ ਕਰ ਬੈਂਦਾ ਜੀ। ਪ੍ਰਵਿਰਤੀ ਇਹੋ ਜਿਹੀ ਹੋ ਗਈ ਜੀ। ਕ੍ਰੋਧ, ਗੁੱਸਾ ਵੀ ਬੜਾ ਚੜਦਾ ਜੀ। ਗੱਲ ਕਰਕੇ ਜਾਵੇ ਕੋਈ ਕਿੱਥੇ, ਤੇ ਲੋਭ ਦੇ ਤੇ ਭਾਂਬੜ ਮੱਚਦੇ ਵੀ ਜੋ ਉਹਦੀ ਜੇਬ ਚ ਆ ਉਹ ਵੀ ਮੇਰੇ ਵਿੱਚ ਹੀ ਆ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਜੇ ਕੁਝ ਛੱਡਣਾ ਹੀ ਹੈ ਤੇ ਗੁਰਸਿੱਖੋ ਇਹਨਾਂ ਚੀਜ਼ਾਂ ਨੂੰ ਛੱਡੋ। ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ ਤਜ ਦਿਓ, ਛੱਡ ਦਿਓ। ਮੰਗਨਾ ਮੰਗਨ ਨੀਕਾ। ਫਿਰ ਮਹਾਰਾਜ ਸਤਿਗੁਰੂ ਕਹਿੰਦੇ ਸਿੱਖੋ ਮੰਗਣਾ ਕੀ ਚਾਹੀਦਾ? ਪਰਮੇਸ਼ਰ ਕੋਲੋਂ ਹੱਥ ਜੋੜੋ, ਆਖੋ ਵਾਹਿਗੁਰੂ। ਕਹਿੰਦੇ ਨਾ ਤੋਦੇ ਆਗਾ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਏ, ਬਾਣੀ ਚ ਜ਼ਿਕਰ ਆਉਂਦਾ। ਮੰਗਣਾ ਕੀ ਹੈ? ਕੋਈ ਕੁਝ ਮੰਗ ਰਿਹਾ, ਕੋਈ ਕੁਝ ਮੰਗ ਰਿਹਾ, ਪਰ ਮੰਗ ਮੰਗ ਕੇ ਫਿਰ ਭੁੱਖ ਉੱਥੇ ਹੀ ਰਹਿੰਦੀ ਹੈ। ਮੰਗਾਂ ਰੁਕ ਨਹੀਂ ਰਹੀਆਂ, ਮੰਗਾਂ ਵੱਧ ਰਹੀਆਂ। ਕੀ ਮੰਗਣਾ? ਮੰਗਾਂ ਵਿੱਚੋਂ ਸਭ ਤੋਂ ਵਧੀਆ ਮੰਗ ਕਿਹੜੀ ਹੈ? ਹਰ ਜਸ ਗੁਰ ਤੇ ਮੰਗਨਾ। ਮਹਾਰਾਜ ਕਹਿੰਦੇ ਉਹ ਗੁਰੂ ਤੋਂ ਹਰ ਜਸ ਮੰਗਣਾ। ਮਹਾਰਾਜ ਮੈਂ ਇਹ ਮੰਗ ਰਿਹਾ, ਮੇਰੇ ਤੇ ਕਿਰਪਾ ਕਰੋ, ਮੈਂ ਹਰ ਜਸ ਕਰ ਸਕਾਂ, ਮੈਂ ਨਾਮ ਜਪ ਸਕਾਂ। ਭਾਵ ਨਾਮ ਦੀ ਦਾਤ ਮੰਗਣੀ। ਮੰਗਣਾ ਮੰਗਨ ਨੀਕਾ, ਮੰਗਣਾ ਮੰਗਨ ਨੀਕਾ, ਮੰਗਣਾ ਮੰਗਨ ਨੀਕਾ, ਮੰਗਣਾ ਮੰਗਨ ਨੀਕਾ। ਹਰ ਜਸ ਗੁਰ ਤੇ ਮੰਗਣਾ, ਹਰ ਜਸ ਗੁਰ ਤੇ ਮੰਗਣਾ। ਹਰ ਜਸ ਗੁਰ ਤੇ ਮੰਗਣਾ, ਹਰ ਜਸ ਗੁਰ ਤੇ ਮੰਗਣਾ। ਹਰ ਜਸ ਗੁਰ ਤੇ ਮੰਗਨਾ, ਹਰ ਜਸ ਗੁਰ ਤੇ ਮੰਗਨਾ। ਵੇਖੋ ਇਹ ਬਚਨ ਮਹਾਰਾਜ ਉਦੋਂ ਕਰ ਰਹੇ ਆ ਜਦੋਂ ਸਮਾਂ ਅੰਤਮ ਚੱਲ ਰਿਹਾ ਜੀ। ਉਦੋਂ ਮਹਾਰਾਜ ਸਿੱਖਿਆ ਦੇ ਰਹੇ ਆ।
ਵੀ ਜੇ ਕੁਝ ਮੰਗਣਾ ਹੈ ਤੇ ਨਾਮ ਦੀ ਦਾਤ ਮੰਗਿਆ ਕਰੀ। ਜਿਨੇ ਨਾਮ ਮੰਗ ਲਿਆ ਉਹਨੇ ਸਭ ਕੁਝ ਹੀ ਮੰਗ ਲਿਆ ਜੀ। ਸਾਨੂੰ ਜਦੋਂ ਸਾਡੇ ਉਸਤਾਦ ਜੀ ਸੰਥਿਆ ਕਰਾਉਂਦੇ ਤੇ ਇੱਕ ਗੱਲ ਦੱਸਦੇ, ਕਹਿੰਦੇ ਤੂੜੀ ਨਾ ਬੀਜੋ, ਫਸਲ ਬੀਜੋ, ਤੂੜੀ ਆਪੇ ਮਿਲ ਜਾਂਦੀ ਹੈ। ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਇਹ ਤੂੜੀਆਂ ਨੇ, ਤੂੜੀ ਹੈ, ਆਪਾਂ ਤੂੜੀ ਮੰਗੀ ਜਾਂਦੇ ਆ। ਹਾਂਜੀ, ਜਾਗਨਾ ਜਾਗਨ ਨੀਕਾ। ਭਾਈ ਜੇ ਜਾਗਣਾ ਹੀ ਹੈ, ਕਿਸ ਕੰਮ ਵਿੱਚ ਜਾਗਣਾ ਸਭ ਤੋਂ ਉੱਤਮ ਹੈ? ਹਰ ਕੀਰਤਨ ਮਹਿ ਜਾਗਨਾ। ਮਹਾਰਾਜ ਕਹਿਣ ਲੱਗੇ ਜਾਗੋ, ਰਾਤ ਭਰ ਜਾਗੋ, ਵਕਾਰਾਂ ਵਿੱਚ ਨਹੀਂ, ਮਾੜੇ ਗੰਦੇ ਗੀਤ ਸੁਣਦਿਆਂ ਨਹੀਂ, ਮਾੜੀਆਂ ਪਿਕਚਰਾਂ ਵੇਖਦਿਆਂ, ਫਿਲਮਾਂ ਵੇਖਦਿਆਂ ਨਹੀਂ। ਕਿਸ ਕੰਮ ਵਿੱਚ ਜਾਗਣਾ? ਹਰ ਕੀਰਤਨ ਮਹਿ ਜਾਗਨਾ, ਹਰ ਕੀਰਤਨ ਮਹਿ ਜਾਗਨਾ। ਜਿੱਥੇ ਪਰਮੇਸ਼ਰ ਦਾ ਕੀਰਤਨ ਹੋ ਰਿਹਾ ਹੋਵੇ ਉੱਥੇ ਜਾਗਿਆ ਕਰੋ, ਕਹਿਣ ਲੱਗੇ। ਤੇ ਮੈਂ ਵੇਖਿਆ ਜੀ, ਹੋ ਸਕਦਾ ਉਹਨਾਂ 'ਚ ਮੈਂ ਵੀ ਸ਼ਾਮਲ ਹੋਵਾਂ ਜਿਹੜੀ ਗੱਲ ਕਰਨ ਲੱਗਾ। ਕਥਾ ਕੀਰਤਨ ਹੋ ਰਿਹਾ ਹੋਵੇ ਨਾ ਤੇ ਐ ਹੇਠਾਂ ਨੂੰ ਮੂੰਹ ਕਰਕੇ ਤੇ ਬੰਦੇ ਸੌਂਦੇ ਹੀ ਹੁੰਦੇ ਆ। ਤੇ ਜਦੋਂ ਫਿਰ ਝੋਕ ਲੱਗਦੀ ਹੈ ਨਾ, ਝੋਕ ਤਾਂ ਲੱਗਣੀ ਹੈ, ਝੋਕ ਲੱਗਦੀ ਤੇ ਉਹਦੇ ਤੋਂ ਬਾਅਦ ਇੱਕਦਮ ਹੀ ਐ ਹਲਾਰੇ ਜੇ ਖਾਣ ਲੱਗ ਪੈਂਦੇ ਆ। ਕਿਉਂ ਜੀ? ਦੂਜਿਆਂ ਨੂੰ ਭੁਲੇਖਾ ਪਾਉਣ ਵਾਸਤੇ ਵੀ ਇਹਨੂੰ ਬੜਾ ਆਨੰਦ ਆਉਂਦਿਆ ਹੈ। ਉਹ ਆਨੰਦ ਨਹੀਂ, ਉਹ ਜਦੋਂ ਝੋਕ ਲੱਗਦੀ ਹੈ ਨਾ, ਉਹ ਝੋਕ ਨੂੰ ਲੁਕਾਉਣ ਵਾਸਤੇ ਇੰਝ ਇੰਝ ਕਰਦੇ। ਮੈਂ ਵੇਖੇ ਬੜੇ ਪ੍ਰੇਮੀ। ਕੀ ਹੁੰਦਾ? ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਿਹਨੂੰ ਕਿਤੇ ਵੀ ਨੀਂਦ ਨਹੀਂ ਆਉਂਦੀ, ਕਥਾ ਕੀਰਤਨ ਦੇ ਸਮੇਂ ਤੇ ਜ਼ਰੂਰ ਨੀਂਦ ਆਉਂਦੀ ਹੈ। ਬੜੇ ਬੜੇ ਚੰਗੇ ਬੰਦੇ, ਬਾਜ਼ੀਆਂ ਪੈ ਜਾਂਦੀਆਂ ਉਹਨਾਂ ਦੀਆਂ, ਇੰਨੀ ਨੀਂਦ ਦਾ ਜ਼ੋਰ ਆ ਜਾਂਦਾ। ਆਖੀਏ ਤੇ ਕਹਿੰਦੇ ਬਾਬਾ ਜੀ ਕੀ ਕਰੀਏ, ਕਲਯੁਗ ਘੇਰਦਾ ਹੀ ਬੜਾ। ਨਹੀਂ ਗੁਰਮੁਖੋ, ਐਸਾ ਕੰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਜਾਗਣਾ ਸਭ ਤੋਂ ਉੱਤਮ ਜਾਗਣਾ ਕਿੱਥੇ ਹੈ? ਜਿੱਥੇ ਰੱਬ ਦਾ ਕੀਰਤਨ ਹੋ ਰਿਹਾ ਹੋਵੇ, ਕਥਾ ਹੋ ਰਹੀ ਹੋਵੇ, ਸਾਰੀ ਸਾਰੀ ਰਾਤ ਵੀ ਬਹਿ ਕੇ ਜਾਗਣਾ ਪਵੇ ਤੇ ਜਾਗਣਾ ਚਾਹੀਦਾ ਹੈ। ਅੱਛਾ, ਉਸ ਜਾਗਣ ਦਾ ਪਤਾ ਕਿੰਨਾ ਫਾਇਦਾ ਸਾਨੂੰ ਜੀ? ਬਹੁਤ ਵੱਡਾ ਫਾਇਦਾ ਜੀ ਉੱਥੇ ਜਾਗਣ ਦਾ ਜੀ। ਆ ਵੇਖੋ ਲਾਗੇ ਸਾਹਮਣੇ ਥੜਾ ਸਾਹਿਬ ਹੈ, ਦੁੱਖ ਭੰਜਨੀ ਬੇਰੀ ਦੇ ਨਾਲ। ਇੱਥੋਂ ਰੈਣ ਸਬਾਈ ਸ਼ੁਰੂ ਹੋਈ ਸੀਗੀ ਜੀ। ਪਹਿਲੀ ਰੈਣ ਸਬਾਈ ਬਾਬਾ ਬੁੱਢਾ ਜੀ ਨੇ ਇੱਥੇ ਕੀਤੀ ਜੀ। ਸਾਰੀ ਰਾਤ ਹੀ ਕੀਰਤਨ ਕੀਤਾ, ਜਾਗਦੇ ਰਹੇ ਜੀ। ਉਹ ਜਾਗਣਾ ਸਫਲਾ ਹੈ ਗੁਰਮੁਖੋ। ਨਹੀਂ ਤਾਂ ਰਾਤ ਤਾਂ ਕੁੱਤੇ ਵੀ ਜਾਗਦੇ ਆ, ਰਾਤ ਤਾਂ ਚੋਰ ਵੀ ਜਾਗਦੇ ਆ, ਵਕਾਰੀ ਪੁਰਸ਼ ਵੀ ਜਾਗਦੇ ਆ, ਤੇ ਉਹਨਾਂ ਦਾ ਜਾਗਣਾ ਕੋਈ ਸਫਲਾ ਥੋੜੀ ਹੈ। ਪਰ ਜਿਹੜੇ ਸਾਰੀ ਰਾਤ ਦਰਬਾਰ ਸਾਹਿਬ ਸੇਵਾ ਕਰਦੇ, ਪਰਿਕਰਮਾ 'ਚ ਬੈਠਦੇ ਆ, ਉਹਨਾਂ ਦਾ ਜਾਗਣਾ ਵੀ ਸਫਲਾ ਹੈ। ਲਾਗਨਾ ਲਾਗਨ ਨੀਕਾ। ਕਿਸ ਕੰਮ ਵਿੱਚ ਲੱਗਣਾ ਸਭ ਤੋਂ ਉੱਤਮ ਲੱਗਣਾ ਹੈ ਜੀ? ਹਾਂਜੀ, ਕੋਈ ਕਹਿੰਦਾ ਮੈਂ ਫਲਾਣੀ ਥਾਂ ਤੇ ਲੱਗ ਗਿਆ ਵਾਂ, ਮੈਂ ਇਸ ਕੰਪਨੀ 'ਚ ਲੱਗ ਗਿਆ। ਕਿੱਥੇ ਲੱਗਣਾ ਸਭ ਤੋਂ ਉੱਤਮ ਹੈ? ਗੁਰ ਚਰਣੀ ਮਨ ਲਾਗਨਾ। ਕਹਿੰਦੇ ਮਨ ਗੁਰੂ ਦੇ ਚਰਨਾਂ 'ਚ ਲੱਗ ਜਾਵੇ, ਸਭ ਤੋਂ ਉੱਤਮ ਥਾਂ ਹੈ ਲੱਗਣ ਵਾਸਤੇ। ਮਨ ਨੂੰ ਇਸ ਕੰਮ 'ਚ ਲਾਉਣਾ ਸਭ ਤੋਂ ਉੱਤਮ ਹੈ ਗੁਰਮੁਖੋ। ਕਿੱਥੇ? ਗੁਰ ਚਰਣੀ ਮਨ ਲਾਗਨਾ, ਗੁਰ ਚਰਣੀ ਮਨ ਲਾਗਨਾ। ਗੁਰ ਚਰਣੀ ਮਨ ਲਾਗਨਾ, ਗੁਰ ਚਰਣੀ ਮਨ ਲਾਗਨਾ। ਤਬ ਚਰਨਨ
ਮਨ ਰਹਿ ਹਮਾਰਾ। ਮਹਾਰਾਜ ਤੁਹਾਡੇ ਚਰਨਾਂ 'ਚ ਸਾਡਾ ਮਨ ਜੁੜਿਆ ਰਵੇ। ਵਾਹ ਵਾਹ। ਜੇ ਮੈਂ ਗੁਰਮੁਖਾਂ ਦੇ ਬਚਨ ਕਰਾਂ ਤਾਂ ਕਿਆ ਹੀ ਬਾਤਾਂ ਨੇ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ 'ਚ ਲੱਗ ਗਿਆ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਮਿਲਦਾ ਗੁਰਮੁਖੋ। ਸੁੱਤੇ ਹੋਣਾ ਨਾ ਜਦੋਂ ਭੁਜੰਗੀ ਹੁੰਦੇ ਸਨ, ਮਨ ਸ਼ੁਰੂ ਤੋਂ ਗੁਰੂ ਦੇ ਚਰਨਾਂ 'ਚ ਲੱਗਾ ਸੀ। ਅਖੰਡ ਪਾਠੀ ਬਣ ਗਏ ਛੋਟੀ ਉਮਰ 'ਚ, ਤੇ ਤਾਬਿਆ ਤੇ ਸਰਾਣੇ ਰੱਖ ਕੇ ਤੇ ਫਿਰ ਸਰੂਪ ਤੱਕ ਪਹੁੰਚਣਾ ਪਾਠ ਕਰਨ ਵਾਸਤੇ। ਤੇ ਜਦੋਂ ਸੁੱਤੇ ਹੋਣਾ ਨਾ, ਸੌਣਾ। ਹੁਣ ਮੈਂ ਵੇਖਿਆ ਜਦੋਂ ਬੰਦੇ ਸੁੱਤੇ ਹੁੰਦੇ ਬੇਹੋਸ਼ ਹੀ ਹੋਏ ਹੁੰਦੇ ਆ, ਕੋਈ ਪਤਾ ਹੀ ਨਹੀਂ ਲੱਗੇ, ਕੋਈ ਭਾਵੇਂ ਚੋਰੀ ਕਰਕੇ ਲੈ ਜਾਏ। ਕਹਿੰਦੇ ਸੁੱਤਾ ਬੰਦਾ ਮਰੇ ਬਰਾਬਰ ਹੁੰਦਾ। ਇਦਾਂ ਹੀ ਆ ਨਾ, ਸੁੱਤੇ ਨੂੰ ਮਰੇ ਬਰਾਬਰ ਗਿਣਦੇ ਆ। ਕਈ ਸੌਂਦੇ ਨਹੀਂ, ਕਈ ਤੇ ਬੇਹੋਸ਼ ਹੀ ਹੋਏ ਪਏ ਹੁੰਦੇ ਆ ਨਾ, ਆਵਾਜ਼ਾਂ ਕੱਢਦੇ ਵੱਖੋ ਵੱਖਰੀਆਂ ਜਦੋਂ ਸੌਂਦੇ ਆ। ਪਰ ਮਹਾਂਪੁਰਖਾਂ ਦਾ ਮਨ ਗੁਰੂ ਦੇ ਚਰਨਾਂ 'ਚ ਲੱਗਾ। ਗੁਰਮੁਖੋ ਕਈ ਕਈ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲਗਾਤਾਰ ਹੀ ਪੜ੍ਹੀ ਜਾਣੇ ਜੀ, ਜ਼ਬਾਨੀ ਸੁੱਤੇ ਪਏ ਪੜ੍ਹੀ ਜਾਣੇ ਜੀ। 5 ਗ੍ਰੰਥੀ ਦਾ ਪਾਠ ਸੁੱਤੇ ਪਏ ਹੀ ਕਰ ਜਾਣਾ। ਸਿੰਘਾਂ ਨੇ ਲਾਗੇ ਪੋਥੀਆਂ ਪ੍ਰਕਾਸ਼ ਕਰਨੀਆਂ ਵੀ ਕੋਈ ਅੱਖਰ ਇੱਧਰ ਉੱਧਰ ਹੋਵੇ, ਨਹੀਂ ਸੀ ਹੁੰਦਾ ਜੀ। ਕੈਸਾ ਮਨ ਲੱਗਾ ਜੀ ਉੱਥੇ। ਜਿਹਦਾ ਜਿੱਧਰ ਮਨ ਲੱਗ ਜਾਵੇ ਫਿਰ ਉਹਨੂੰ ਪਰਵਾਹ ਨਹੀਂ ਰਹਿੰਦੀ। ਗਲੀ ਵਿੱਚ ਇੱਕ ਬੱਚਾ, ਛੋਟਾ ਬੱਚਾ ਸਾਈਕਲ ਤੇ ਜਾਂਦਿਆ ਉੱਚੀ ਉੱਚੀ ਗਾਣੇ ਬੋਲੀ ਜਾਵੇ, ਉੱਚੀ ਉੱਚੀ ਗਾਣੇ। ਮੈਂ ਕਿਹਾ ਇਹਦਾ ਮਨ ਉਧਰ ਲੱਗ ਗਿਆ, ਹੁਣ ਇਹਨੂੰ ਸ਼ਰਮ ਨਹੀਂ ਰਹੀ, ਸੰਗ ਨਹੀਂ ਰਹੀ, ਮਨ ਜੂ ਲੱਗ ਗਿਆ। ਇਸੇ ਤਰ੍ਹਾਂ ਗੁਰੂ ਦੇ ਪਿਆਰਿਆਂ ਦਾ ਮਨ ਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ, ਉਹਨਾਂ ਨੂੰ ਵੀ ਸੰਗ ਨਹੀਂ ਰਹਿੰਦੀ, ਫਿਰ ਸੰਗ ਨਹੀਂ ਰਹਿੰਦੀ। ਜਿੱਥੇ ਗੁਰੂ ਦੀ ਗੱਲ ਸੁਣਨ ਨੂੰ ਮਿਲ ਜਾਵੇ, ਪਰਮਾਤਮਾ ਦੀ ਗੱਲ ਸੁਣਨ ਨੂੰ ਮਿਲ ਜਾਵੇ, ਉਹ ਉੱਥੇ ਹੀ ਚੌਂਕੜਾ ਮਾਰ ਕੇ ਬਹਿ ਜਾਂਦੇ ਆ। ਆ ਭਾਈ ਸੁਣਾ ਮੇਰੇ ਪਿਆਰੇ ਪਰਮਾਤਮਾ ਦੀ ਗੱਲ ਸੁਣਾ। ਸੰਗ ਨਹੀਂ ਹੈ, ਮਨ ਗੁਰੂ ਦੇ ਚਰਨਾਂ ਨਾਲ ਲੱਗਾ ਜੀ। ਚਾਰ ਸਾਹਿਬਜ਼ਾਦੇ ਮੂਵੀ ਆਈ ਤੇ ਮਾਲ 'ਚ ਇੱਕ ਸਿੰਘ ਵੇਖਣ ਗਿਆ ਮੂਵੀ, ਤੇ ਦੂਜੇ ਸਿੰਘ ਨੇ ਉਹਨੂੰ ਗੱਜ ਕੇ ਫਤਿਹ ਬੁਲਾਈ ਤੇ ਉਹਨੇ ਮਾਲ 'ਚ ਜਵਾਬ ਨਹੀਂ ਦਿੱਤਾ। ਕਹਿੰਦਾ ਇਹ ਕੀ ਕੀਤਾ ਤੂੰ, ਜਵਾਬ ਨਹੀਂ ਦਿੱਤਾ? ਕਹਿੰਦਾ ਮੌਲ ਹੈ। ਕਹਿੰਦਾ ਬਸ ਇੰਨੀ ਕੀ ਸਿੱਖੀ ਹੈ ਵੀ ਜੇ ਮੌਲ ਆ ਗਿਆ ਤੇ ਫਤਿਹ ਨਹੀਂ ਬੁਲਾਉਣੀ ਗੁਰੂ ਦੀ, ਵੀ ਇਹ ਗੁਰਦੁਆਰੇ ਹੀ ਬੁਲਾਉਣੀ ਹੈ? ਨਹੀਂ, ਜਿੱਥੇ ਹੋਏ ਉੱਥੇ ਬੁਲਾਉਣੀ ਹੈ। ਇਸ ਕਰਕੇ ਜੇ ਲਾਉਣਾ ਹੀ ਆ ਕਿਤੇ ਮਨ ਨੂੰ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਗੁਰੂ ਅਰਜਨ ਦੇਵ ਜੀ ਦੱਸ ਗਏ ਐ, ਗੁਰੂ ਦੇ ਚਰਨਾਂ 'ਚ ਮਨ ਲਾ ਲਓ। ਅਰਦਾਸ ਕਰੋ, ਮਹਾਰਾਜ ਸਾਡਾ ਮਨ ਆਪ ਜੀ ਦੇ ਚਰਨਾਂ 'ਚ ਲੱਗ ਜਾਵੇ। ਜਿਨ੍ਹਾਂ ਦਾ ਮਨ ਚਰਨਾਂ 'ਚ ਲੱਗਾ ਉਹ ਬੜੇ ਮਹਾਨ ਬਣ ਗਏ ਜੀ, ਉਹ ਬੜੇ ਹੀ ਮਹਾਨ ਬਣ ਗਏ, ਉਹ ਬੜੇ ਹੀ ਮਹਾਨ ਬਣ ਗਏ ਜੀ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਿਨ੍ਹਾਂ ਦਾ ਗੁਰੂ ਦੇ ਚਰਨਾਂ 'ਚ ਮਨ ਲੱਗਾ ਉਹ ਬੜੇ ਮਹਾਨ ਪੁਰਸ਼ ਬਣ ਗਏ ਸਾਧ ਸੰਗਤ ਜੀ। ਇਸ ਕਰਕੇ ਲਾਗਣਾ ਲਾਗਨ ਨੀਕਾ, ਕਿੱਥੇ? ਗੁਰ ਚਰਣੀ ਮਨ ਲਾਗਣਾ, ਗੁਰ ਚਰਣੀ ਮਨ ਲਾਗਣਾ। ਕਈ ਕਹਿੰਦੇ ਬਾਣੀ ਪੜ੍ਹਨ ਲੱਗਿਆ ਸਾਡਾ ਮਨ ਨਹੀਂ ਲੱਗਦਾ। ਭਾਈ ਇਹ ਗੱਲ ਕਦੀ ਫਿਲਮ ਵੇਖਣ ਲੱਗਿਆ ਤਾਂ ਨਹੀਂ ਕਹੀ ਵੀ 3 ਘੰਟੇ ਫਿਲਮ ਵੇਖੀ ਮੇਰਾ ਮਨ ਨਹੀਂ ਲੱਗਾ, ਕਿਉਂਕਿ ਉੱਥੇ ਪਿਆਰ ਹੈ, ਇੱਥੇ ਪਿਆਰ ਨਹੀਂ ਹੈਗਾ। ਇਸ ਕਰਕੇ ਗੁਰੂ ਦੇ ਚਰਨਾਂ ਨਾਲ ਪਿਆਰ ਪੈਦਾ ਹੋਵੇ। ਇਹ ਬਿਦ ਤਿਸ ਹੈ ਪ੍ਰਾਪਤੇ। ਹੁਣ ਇਹ ਬਿਦ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਗੁਰਮੁਖੋ। ਇਹ ਬਖਸ਼ਿਸ਼, ਇਹ ਵਿਧੀ ਉਹਨਾਂ ਨੂੰ ਪ੍ਰਾਪਤ ਹੁੰਦੀ। ਕੀ ਚਾਨਣ ਕਾਹਦਾ ਕਰਨਾ ਹੈ, ਆਰਾਧਨਾ ਕਿਹਨੂੰ ਹੈ, ਤਿਆਗਣਾ ਕਿਹਨੂੰ ਹੈ, ਮੰਗਣਾ ਕੀ ਹੈ, ਜਾਗਣਾ ਕਿੱਥੇ ਹੈ, ਲੱਗਣਾ ਕਿੱਥੇ ਹੈ।
ਇਹ ਵਿਧੀ ਉਹਨੂੰ ਪ੍ਰਾਪਤ ਹੁੰਦੀ ਹੈ। ਜਾ ਕੈ ਮਸਤਕ ਭਾਗਨਾ। ਹਾਂ, ਭਾਗਣਾ, ਭਾਗਣਾ ਦਾ ਅਰਥ ਹੈ ਭਾਗ। ਭਾਈ ਜਿਨ੍ਹਾਂ ਦੇ ਮੱਥੇ ਦੇ ਭਾਗ ਉੱਤਮ ਨੇ, ਇਹ ਵਸਤੂਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਤਾਈਓ ਭੱਟਾਂ ਨੇ ਕਿਹਾ, ਹੇ ਗੁਰੂ ਅਰਜਨ ਦੇਵ ਸਾਹਿਬ, ਜਿੰਨਾ ਚਿਰ ਸਾਡੇ ਮੱਥੇ ਦੇ ਭਾਗ ਨਹੀਂ ਜਾਗੇ, ਅਸੀਂ ਵੀ ਇੱਧਰ ਉੱਧਰ ਭਟਕਦੇ ਹੀ ਰਹੇ। ਜਦੋਂ ਭਾਗ ਜਾਗ ਗਏ, ਅਸੀਂ ਤੁਹਾਡੇ ਚਰਨਾਂ ਚ ਆ ਗਏ ਜੀ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤਾਇਓ। ਜਾਂ ਕੈ ਮਸਤਕ ਭਾਗਨਾ, ਜਾਂ ਕੈ ਮਸਤਕ ਭਾਗਨਾ। ਸੋ ਭਾਈਏ, ਉਹਨੂੰ ਦਾਤ ਪ੍ਰਾਪਤ ਹੁੰਦੀ ਹੈ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੈ। ਜਿਨ੍ਹਾਂ ਦੇ ਧੁਰੋਂ ਭਾਗ ਹੋਣ। ਕਹੋ ਨਾਨਕ ਤਿਸ ਸਭ ਕਿਛ ਨੀਕਾ। ਮਹਾਰਾਜ ਗਰੀਬ ਨਵਾਜ ਪਹਿਲਾਂ ਨੀਕਾ 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 ਕਹਿ ਕੇ ਫਿਰ ਕਹਿੰਦੇ ਆ, ਭਾਈ ਉਹਦੇ ਲਈ ਸਭ ਕੁਝ ਹੀ ਨੀਕਾ ਹੈ, ਉਹਦੇ ਲਈ ਸਭ ਕੁਝ ਹੀ ਵਧੀਆ ਹੈ। ਜੋ ਪ੍ਰਭ ਕੀ ਸ਼ਰਨਾਗਨਾ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਪੈ ਜਾਂਦੇ, ਉਹਨਾਂ ਦਾ ਸਾਰਾ ਕੁਝ ਹੀ ਵਧੀਆ। ਉਹਨਾਂ ਦਾ ਸੌਣਾ ਵੀ ਵਧੀਆ, ਉਹਨਾਂ ਦਾ ਚਾਨਣ ਵੀ ਵਧੀਆ, ਉਹਨਾਂ ਦਾ ਆਰਾਧਨ ਵੀ ਵਧੀਆ, ਉਹਨਾਂ ਦਾ ਤਿਆਗਣ ਵੀ ਵਧੀਆ, ਉਹਨਾਂ ਦਾ ਮੰਗਣਾ ਵੀ ਵਧੀਆ, ਉਹਨਾਂ ਦਾ ਜਾਗਣਾ ਵੀ ਵਧੀਆ। ਤਿੰਨ ਕੇ ਜੀਨ ਖੁਰਦੀਨ, ਸਾਰਾ ਕੁਝ ਹੀ ਮਹਾਰਾਜ ਕਹਿੰਦੇ ਪਵਿੱਤਰ ਹੈ। ਜਿਹੜੇ ਨਾਮ ਚ ਰੱਤੇ ਰਹੇ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਗਏ, ਉਹਨਾਂ ਦਾ ਸਾਰਾ ਜੀਵਨ ਹੀ ਸਫਲਾ ਹੋ ਜਾਂਦਾ ਜੀ। ਸਹਜੇ ਜਾਗੈ ਸਹਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਜਿਹੜੇ ਮਹਾਰਾਜ ਦੇ ਚਰਨਾਂ ਚ ਆ ਜਾਂਦੇ, ਉਹਨਾਂ ਦਾ ਸਭ ਕੁਝ ਹੀ ਸਫਲਾ ਜੀ। ਉਹਨਾਂ ਵਾਸਤੇ ਮਹਾਰਾਜ ਨੇ ਕਿਹਾ, ਤੇ ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾਂ ਚੋਰ। ਜਿਹੜਾ ਮਹਾਰਾਜ ਦੇ ਚਰਨਾਂ ਚ ਆ ਗਿਆ, ਜਿਹਦੀ ਉੱਤਮ ਬਿਰਤੀ ਬਣ ਗਈ, ਬ੍ਰਹਮ ਬਿਰਤੀ ਬਣ ਗਈ, ਉਹ ਨਾਤਾ ਨਾ ਨਾਤਾ ਇੱਕ ਗੱਲ ਹੈ, ਪ੍ਰਵਾਨ ਹੈ ਰੱਬ ਦੇ ਚਰਨਾਂ ਚ। ਪਰ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਨਾ ਹੈਗਾ ਵੀ ਆਪਾਂ ਵੀ ਨਹਾਈਏ ਨਾ, ਵੀ ਠੰਡ ਆ ਗਈ ਹੈ ਤੇ ਹੁਣ ਨਹਾਉਣਾ ਨਹੀਂ ਹੈ ਜੀ। ਸਾਧ ਭਲੇ ਅਣਨਾਤੇ ਆ, ਨਹੀਂ ਗੁਰਮੁਖੋ, ਉਹ ਸਾਧੂਆਂ ਵਾਸਤੇ ਹੈ। ਇਸ ਕਰਕੇ ਉਹਨਾਂ ਦਾ ਸਾਰਾ ਕੁਝ ਹੀ ਪਵਿੱਤਰ ਹੈ, ਸਭ ਕੁਝ ਹੀ ਨੀਕਾ ਵਧੀਆ ਹੈ, ਜਿਹੜੇ ਪ੍ਰਭੂ ਦੀ ਸ਼ਰਨ ਚ ਪੈ ਜਾਂਦੇ ਹਨ। ਦੋਹਰਾ ਜਿਸ ਨਰ ਕੇ ਵੱਡ ਭਾਗ ਜਗ, ਇਹ ਮਾਨੈ ਉਪਦੇਸ਼। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿੰਦੇ, ਗੁਰਸਿੱਖੋ, ਜਿਹਦੇ ਬੜੇ ਹੀ ਵੱਡੇ ਭਾਗ ਹੋਣ ਨਾ, ਬੜੇ ਹੀ ਵੱਡੇ ਭਾਗ ਹੋਣ, ਉਹ ਇਹ ਉਪਦੇਸ਼ ਮੰਨ ਲੈਂਦਾ ਜੀ। ਹਾਂਜੀ, ਵੱਡੇ ਭਾਗਾਂ ਵਾਲਾ ਹੋਵੇ, ਉਹ ਕਥਾ ਸੁਣ ਕੇ ਕਵੇ, ਨਹੀਂ ਮੈਂ ਕਾਮ ਦੀ ਪ੍ਰਵਿਰਤੀ ਵਿੱਚ ਨਹੀਂ ਪੈਣਾ, ਮੈਂ ਗੁੱਸਾ ਨਹੀਂ ਕਰਨਾ ਨਜਾਇਜ਼, ਜਾਇਜ਼ ਵੀ ਨਹੀਂ ਕਰਨਾ ਹੈ, ਮੈਂ ਲੋਭ ਨਹੀਂ ਕਰਨਾ, ਲਾਲਚ ਨਹੀਂ ਕਰਨਾ। ਚੇਤਾ ਰੱਖਿਓ, ਸੰਤੋਖੀ ਹੋਵੇ ਬੰਦਾ, ਸੰਤੋਖੀ। ਸੰਤੋਖ ਗਹਿਣਾ ਚ ਰੱਬ ਦੇ ਪਿਆਰਿਆਂ ਦਾ ਗਹਿਣਾ। ਜਿਵੇਂ ਗਹਿਣਾ ਪਾ ਕੇ ਸਰੀਰ ਦੀ ਸੁੰਦਰਤਾ ਵੱਧਦੀ ਹੈ, ਸੰਤੋਖ ਕੋਲ ਹੋਵੇ, ਰੱਬ ਦੇ ਰਸਤੇ ਤੇ ਬੰਦੇ ਦੀ ਸ਼ਾਨ ਬਣਦੀ। ਗੁਰਮੁਖੋ, ਅੱਜ ਸੰਤੋਖ ਦੀ ਕਮੀ ਹੈ। ਗੁਰਮੁਖੋ, ਸੰਤੋਖ ਦੀ ਬੜੀ ਕਮੀ ਹੈ। ਸੰਤੋਖ ਵਾਲਿਆਂ ਦਾ ਅੰਦਰ ਬੜਾ ਦ੍ਰਿੜ ਹੁੰਦਾ, ਚ ਲੋਭੀ ਬੰਦੇ ਦੀਆਂ ਜੜ੍ਹਾਂ ਨਹੀਂ ਹੁੰਦੀਆਂ। ਗੁਰਮੁਖੋ, ਕਿਤੇ ਵੀ ਡੋਲ ਸਕਦਾ। ਮਹਾਰਾਜ ਕਹਿੰਦੇ, ਇਹ ਉਪਦੇਸ਼ ਉਹ ਮੰਨਦੇ ਐ ਜਿਨ੍ਹਾਂ ਦੇ ਬੜੇ ਹੀ ਵੱਡੇ ਭਾਗ ਹੋਣ। ਮਮ ਪਦ ਕੋ ਪ੍ਰਾਪਤ ਭਲੇ, ਤਿਆਗੈ ਸਗਲ ਕਲੇਸ਼। ਭਾਈ ਜਿਹੜਾ ਪੁਰਸ਼ ਇਹ ਉਪਦੇਸ਼ ਮੰਨ ਲੈਣਗੇ, ਉਹ ਸਾਡੇ ਵਿੱਚ ਹੀ ਆ ਰਲਣਗੇ। ਛੇਵੇਂ ਪਾਤਸ਼ਾਹ ਕਹਿੰਦੇ, ਉਹਨਾਂ ਦੇ ਸਾਰੇ ਕਲੇਸ਼ ਦੂਰ ਹੋ ਜਾਣਗੇ। ਚਾਉ ਪਈ ਸਿੱਖ ਸੰਗਤ ਮੇਰੋ ਪਰਵਾਰੂ। ਹਾਂ, ਬਾਕੀ ਮਹਾਰਾਜ ਕਹਿੰਦੇ ਸਾਰੀ ਸੰਗਤ ਹੀ ਸਾਡਾ ਪਰਿਵਾਰ ਹੈ। ਕੱਲਾ ਬਾਬਾ ਸੂਰਜਮਲ, ਸ੍ਰੀ ਤੇਗ ਬਹਾਦਰ, ਅਣੀ ਰਾਏ ਮੇਰਾ ਪਰਿਵਾਰ ਨਹੀਂ ਹੈ। ਗੁਰਮੁਖੋ, ਤੁਸੀਂ ਸਾਰੀ ਸੰਗਤ ਹੀ ਮੇਰਾ ਪਰਿਵਾਰ ਹੋ।
ਕਰੋ ਆਨੰਦ ਮੰਗਲਾਚਾਰੂ। ਸਾਡੇ ਮਗਰੋਂ ਆਨੰਦ ਮੰਗਲਚਾਰ ਕਰਿਓ। ਪਠੋ ਸ਼ਬਦ ਸਿਮਰਹੁ ਸਤਨਾਮੋ। ਬਾਣੀ ਪੜਿਓ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰਿਓ। ਮੈਂ ਗਮਨੋ ਅਬ ਆਪਣੇ ਧਾਮੋ। ਮਹਾਰਾਜ ਕਹਿੰਦੇ ਹੁਣ ਅਸੀਂ ਆਪਣੇ ਘਰ ਚੱਲੇ ਆ। ਸੰਤ ਮੂਏ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ। ਮਹਾਰਾਜ ਕਹਿੰਦੇ ਅਸੀਂ ਆਪਣੇ ਹੁਣ ਘਰ ਚੱਲੇ ਹਾਂ। ਕਰਹੁ ਨਾ ਸ਼ੋਕ ਓਕ ਮਹਿ ਕੋਈ। ਹਾਂ, ਸਾਡੇ ਮਗਰੋਂ ਸ਼ੋਕ ਨਾ ਕਰਿਓ, ਬੈਰਾਗ ਨਾ ਕਰਿਓ। ਥਿਰੀ ਉਹ ਗੁਰੂ ਪਰਾਇ ਨ ਹੋਈ। ਬਸ ਗੁਰੂ ਦੇ ਆਸਰੇ ਹੋ ਕੇ ਗੁਰੂ ਘਰ ਤੇ ਟਿਕੇ ਰਿਓ। ਸੋ ਪਿਆਰੋ ਜੋ ਕਹਿਓ ਕਮਾਵੈ। ਮਹਾਰਾਜ ਕਹਿੰਦੇ ਅਸੀਂ ਜਾਣਾ ਨਹੀਂ ਕਿਤੇ, ਗੁਪਤ ਰੂਪ ਚ ਤੁਹਾਡੇ ਵਿੱਚ ਹੀ ਆਉਣਾ ਹੈ। ਜਿਹੜਾ ਸਾਡੀ ਗੱਲ ਮੰਨੇਗਾ ਉਹੀ ਸਾਨੂੰ ਪਿਆਰਾ ਚੰਗਾ ਲੱਗੇਗਾ। ਅੰਤ ਸਮੈ ਵਮ ਪਦ ਕੋ ਪਾਵੈ। ਅੰਤਮ ਸਮੇਂ ਸਾਡੇ ਵਿੱਚ ਹੀ ਉਹ ਆ ਕੇ ਰਲ ਜਾਵੇਗਾ। ਸਦਾ ਸਨੇ ਕਰਹਿ ਗੁਰਬਾਣੀ। ਮਹਾਰਾਜ ਕਹਿੰਦੇ ਫਿਰ ਜਿਹੜਾ ਸਦਾ ਗੁਰੂ ਦੀ ਬਾਣੀ ਨਾਲ ਪਿਆਰ ਕਰੇਗਾ। ਹਾਂਜੀ, ਪਠਨ ਸੁਨਨ ਤੇ ਆਨੰਦ ਠਾਨੀ। ਮਹਾਰਾਜ ਕਹਿੰਦੇ ਫਿਰ ਬਾਣੀ ਪੜਿਆ ਕਰੋ, ਸੁਣਿਆ ਕਰੋ, ਆਨੰਦ ਬਣੇਗਾ। ਹੁਣੇ ਤੁਸੀਂ ਸ਼ਬਦ ਪੜਿਆ ਨਾ। ਹਾਂਜੀ, ਸਤਨਾਮ ਸਿਮਰੋ ਰੰਗ ਰਾਤੇ। ਐਨ ਰੰਗ ਚ ਰੱਤ ਕੇ ਪ੍ਰੇਮ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਿਓ। ਦਿਨ ਪ੍ਰਤ ਪ੍ਰੇਮ ਅਦਕ ਮਨ ਮਾਤੇ। ਦਿਨੋਂ ਦਿਨ ਪ੍ਰੇਮ ਚ ਮਸਤ ਹੋਏ ਰਿਓ। ਮਹਾਰਾਜ ਕਹਿਣ ਲੱਗੇ ਹਾਂਜੀ, ਇਮ ਸਤਿਗੁਰ ਕਹਿ ਕਹਿ ਉਪਦੇਸ਼। ਇਉਂ ਸਤਿਗੁਰਾਂ ਨੇ ਆਪ ਉਸ ਕੋਠੇ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਗੁਰਸਿੱਖਾਂ ਤਾਈਂ ਉਪਦੇਸ਼ ਕੀਤਾ। ਸਭ ਕੋ ਧੀਰਜ ਦੀਨ ਵਿਸ਼ੇਸ਼। ਬੜਾ ਹੀ ਧੀਰਜ ਦਿੱਤਾ ਮੇਰੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਬਚਨ ਪਤਾਲ ਪੁਰੀ ਜਹ ਕਰਿਓ। ਹਾਂ, ਇਹ ਬਚਨ ਪਤਾਲਪੁਰੀ ਬੈਠ ਕੇ ਕੀਤੇ। ਗੁਰਦੁਆਰੇ ਜਾਂਦੇ ਨਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ, ਇਹ ਉੱਥੇ ਬਚਨ ਮਹਾਰਾਜ ਨੇ ਕੀਤੇ ਹਨ। ਕੋਠਾ ਸੁੰਦਰ ਤਹਾਂ ਸੁਧਰਿਓ। ਹਾਂ, ਉੱਥੇ ਸੋਹਣਾ ਇੱਕ ਕਮਰਾ ਬਣਵਾਇਆ ਸੀ ਮਹਾਰਾਜ ਨੇ। ਹਾਂਜੀ, ਚੰਦਨ ਸੰਗ ਲੀਪ ਬੋਠਾਨਾ। ਜਿਹਨੂੰ ਚੰਦਨ ਦੇ ਨਾਲ ਲੀਪਿਆ ਹੋਇਆ ਸੀ, ਜਿਹਦੇ ਚ ਚੰਦਨ ਦੀ ਕਲੀ ਹੋਈ ਸੀ। ਸਗਲ ਗੰਧ ਤੇ ਬਹੁ ਚਰ ਚਾਨਾ। ਹਾਂ, ਬੜੀਆਂ ਖੁਸ਼ਬੂਆਂ ਉਸ ਵਿੱਚ ਛਿੜਕੀਆਂ ਸਨ। ਕੁੰਕਮ ਅਰ ਘਨਸਾਰ ਮਿਲਾਏ। ਹਾਂਜੀ, ਸਗਰੀ ਕੰਦਨ ਕੋ ਮਹਿਕਾਏ। ਉਹ ਬੜੇ ਸੋਹਣੇ ਫੁੱਲ ਲਾਏ, ਕੁੰਕਮ ਇਤ ਆਦਿਕ ਚੀਜ਼ਾਂ ਦੇ ਨਾਲ ਉਸ ਕਮਰੇ ਨੂੰ ਸ਼ਿੰਗਾਰਿਆ ਹੈ। ਮ੍ਰਿਦਲ ਬਿਛਾਉਣਾ ਭਲੇ ਕਰਾਇਓ। ਫਿਰ ਉਹਦੇ ਵਿੱਚ ਇੱਕ ਵਿਛਾਈ ਕੀਤੀ, ਕੂਲੀ ਵਿਛਾਈ ਜੀ, ਤਲਾਈ ਵਿਛਾਈ ਜੀ। ਹਾਂਜੀ, ਘ੍ਰਿਤ ਕੋ ਦੀਪਕ ਅਦਕ ਜਗਾਇਓ। ਦੇਸੀ ਘਿਓ ਦਾ ਦੀਵਾ ਜਗਾਇਆ ਹੋਇਆ ਉਹਦੇ ਵਿੱਚ। ਤਬ ਸਤਿਗੁਰ ਵਿੱਚ ਸੰਗਤ ਸਾਰੀ। ਫਿਰ ਮਹਾਰਾਜ ਸਾਰੀ ਸੰਗਤ ਵਿੱਚੋਂ ਕਿਰਪਾ ਦ੍ਰਿਸ਼ਟ ਚਾਹੋ ਦਿਸ਼ ਪਰ ਡਾਰੀ। ਮਹਾਰਾਜ ਉੱਠਿਆ, ਸਾਰਿਆਂ ਦੇ ਉੱਤੇ ਮਿਹਰ ਦੀ ਦ੍ਰਿਸ਼ਟੀ ਪਾਈ। ਮਹਿਸੂਸ ਕਰੋ ਆਪਾਂ ਵੀ ਉੱਥੇ ਵਿੱਚ ਹੀ ਬੈਠੇ ਤੇ ਮਹਾਰਾਜ ਸਾਡੇ ਵੱਲ ਵੀ ਵੇਖ ਰਹੇ ਆ, ਸਾਡੇ ਤੇ ਵੀ ਮਿਹਰ ਦੀ ਦ੍ਰਿਸ਼ਟੀ ਪਾ ਰਹੇ ਹਨ। ਸਭ ਕੁਟੰਬ ਕੋ ਦੀਨ ਦਿਲਾਸਾ। ਮਹਾਰਾਜ ਨੇ ਆਪਣੇ ਪਰਿਵਾਰ ਸਾਰਿਆਂ ਨੂੰ ਦਿਲਾਸਾ ਭਰੋਸਾ ਦਿੱਤਾ। ਸ਼ੋਕ ਨ ਧਰੋ ਆਨੰਦ ਪ੍ਰਕਾਸ਼ਾ। ਤੁਰਨ ਲੱਗਿਆ ਫਿਰ ਕਿਹਾ ਸ਼ੋਕ ਨਾ ਕਰਿਓ, ਆਨੰਦ ਵਿੱਚ ਰਹੋ। ਚੌ ਦਿਸ਼ ਤੇ ਨਮਰੀ ਸਭ ਕੋਏ। ਸਾਰੇ ਬੈਰਾਗ ਕਰ ਰਹੇ ਤੇ ਮੱਥਾ ਟੇਕ ਰਹੇ ਹਨ। ਕੋਸ਼ਟ ਬਿਖੈ ਪ੍ਰਵੇਸ਼ਨ ਹੋਏ। ਗਰੀਬ ਨਵਾਜ ਉਸ ਕੋਠੇ ਦੇ ਅੰਦਰ ਪ੍ਰਵੇਸ਼ ਹੋ ਗਏ ਜੀ। ਹਾਂਜੀ, ਜੋਦਰ ਸਾਹਿਬ ਭਾਣਾ ਨੇਰੇ। ਹਾਂ, ਬਾਬਾ ਬੁੱਢਾ ਜੀ ਦੀ ਕੁੱਲ ਬਾਬਾ ਭਾਨਾ ਜੀ ਲਾਗੇ ਹਨ। ਫਿਰ ਰਾਏ ਜੋਧ ਸਤਿਗੁਰਾਂ ਦੇ ਨੇੜੇ ਹੈ। 300 ਹੁਕਮ ਕਰਿਓ ਤਿਸ ਬੇਰੇ। ਮਹਾਰਾਜ ਨੇ ਫਿਰ ਉਦੋਂ ਇੱਕ ਹੁਕਮ ਕੀਤਾ, ਉਹਨੂੰ ਧਿਆਨ ਨਾਲ ਸੁਣਿਓ। ਸਪਤ ਦਿਵਸ ਮਹਿ ਸ਼੍ਰੀ ਹਰਿ ਰਾਏ। ਹਾਂ, ਮਹਾਰਾਜ ਕਹਿੰਦੇ ਵੀ ਜਦੋਂ 7ਵਾਂ ਦਿਨ ਚੜ੍ਹੇਗਾ ਨਾ ਸਾਨੂੰ ਅੰਦਰ ਗਿਆ ਨੂੰ, ਜਦੋਂ 7ਵਾਂ ਦਿਨ ਸ਼ੁਰੂ ਹੋਏਗਾ, ਕੋਸ਼ਟ ਕੋ ਦਰ ਖੋਲਹਿ ਆਏ। ਤੇ ਹਰ ਰਾਏ ਜੀ ਆ ਕੇ ਇਸ ਕੋਠੇ ਦਾ ਦਰਵਾਜ਼ਾ ਖੋਲ ਲੈਣ ਕਹਿਣ ਲੱਗੇ। ਗੁਰਮੁਖੋ ਸਰੀਰ ਕਰਕੇ ਗਏ ਮਹਾਰਾਜ ਆਪ।
ਬਾਹਰ ਆਪ ਨਹੀਂ ਆਉਣਾ, 5 ਜਣਿਆਂ ਨੇ ਬਾਹਰ ਲੈ ਕੇ ਆਉਣਾ। ਫਿਰ ਸਰੀਰ ਤਿਆਗ ਦੇਣਾ ਨਾ ਅੰਦਰ ਮਹਾਰਾਜ ਨੇ। ਤਬ ਲਉ ਨਹਿ ਸਮੀਪ ਕੋ ਆਵੈ। ਮਹਾਰਾਜ ਕਹਿੰਦੇ 7 ਦਿਨ ਤੱਕ ਇਹਦੇ ਨੇੜੇ ਨਾ ਕੋਈ ਆਵੇ। ਜੋ ਦਾ ਗਨ ਚਾਉ ਦਿਸ਼ ਥਿਰ ਥਾਵੈ। ਹਾਂ, ਚਾਰੇ ਪਾਸੇ ਜੋਧੇ ਸੂਰਮੇ ਪਹਿਰਾ ਦੇਣ। ਨਿਸ ਦਿਨ ਰਾਖੈ ਸਭ ਤਕਰਾਈ। ਦਿਨ ਰਾਤ ਤਗੜਾਈ ਕਰਕੇ ਰੱਖਣੀ, ਸਖਤ ਪਹਿਰਾ ਰੱਖਿਓ। ਕੀਰਤਨ ਕਰਹਿ ਸੁਨੋ ਮਨ ਲਾਈ। ਤੁਸੀਂ ਬਾਹਰ ਕੀਰਤਨ ਕਰਵਾਓ, ਕੀਰਤਨ ਸੁਣੋ। 7 ਦਿਨ ਕੀਰਤਨ ਹੋਵੇ। ਇਮ ਕੈ ਕੋਸ਼ਟ ਮਹਿ ਪਰ ਗਏ। ਇਹ ਕਹਿ ਕੇ ਸਤਿਗੁਰੂ ਜੀ ਉਸ ਕੋਠੇ ਦੇ ਅੰਦਰ ਚਲੇ ਗਏ। ਦਵਾਰ ਖਵਾਰ ਅਸੰਜਤ ਕੀਏ। ਸਤਿਗੁਰਾਂ ਦੇ ਦਰਸ਼ਨ ਹੁੰਦੇ ਸਨ, ਪਰ ਮਹਾਰਾਜ 6ਵੇਂ ਪਾਤਸ਼ਾਹ ਸੋਹਣੀ ਮੂਰਤ, ਮਹਾਰਾਜ ਨੇ ਫਿਰ ਦਰਵਾਜ਼ਾ ਬੰਦ ਕਰ ਲਿਆ ਜੀ। ਹਾਂਜੀ, ਸਾਂਕਰ ਲਾਏ ਕਰੇ ਦਿੜ ਸੋਏ। ਐਨ ਅੰਦਰੋਂ ਕੁੰਡੀ ਮਹਾਰਾਜ ਸਤਿਗੁਰਾਂ ਨੇ ਲਾ ਲਈ ਹੈ। ਬੈਠੇ ਪ੍ਰਭੂ ਇਕਾਂਕੀ ਹੋਏ। ਇਕੱਲੇ ਗੁਰੂ ਹਰਗੋਬਿੰਦ ਸਾਹਿਬ ਉਸ ਕੋਠੇ ਦੇ ਅੰਦਰ ਬੈਠ ਗਏ ਹਨ। ਪਦਮਾਸਨ ਕਉ ਕਰ ਕੈ ਬੈਸੇ। ਪਦਮ ਆਸਣ, ਪਦਮ ਆਸਣ ਹੁੰਦਾ ਚੌਂਕੜਾ ਮਾਰ ਕੇ ਚਰਨਾਂ ਦੀਆਂ ਤਲੀਆਂ ਉੱਪਰ ਨੂੰ ਆ ਜਾਣ ਦੀ, ਉਹਨੂੰ ਪਦਮ ਆਸਣ ਕਹਿੰਦੇ ਆ। ਸਤਿਗੁਰੂ ਜੀ ਪਦਮ ਆਸਣ ਵਿੱਚ ਬੈਠੇ ਹਨ। ਸਿੱਧ ਜੋਗ ਜੋਗੀ ਹੋਏ ਜੈਸੇ। ਜਿਵੇਂ ਜੋਗੀ ਲੋਕ, ਸਿੱਧ ਲੋਕ ਬੈਠਦੇ ਆ ਨਾ, ਉਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ। ਜਿਮ ਸ਼੍ਰੀ ਕ੍ਰਿਸ਼ਨ ਜਾਏ ਬਨ ਮਾਹੀ। ਜਿਵੇਂ ਸ਼੍ਰੀ ਕ੍ਰਿਸ਼ਨ ਜੀ ਬਨ ਵਿੱਚ ਜਾਂਦੇ ਹਨ। ਜਹਾਂ ਦੂਸਰੋ ਲਖਿਅਤ ਨਾਹੀ। ਹਾਂ, ਜਿੱਥੇ ਦੂਸਰਾ ਨਹੀਂ ਵੇਖ ਸਕਦਾ। ਅੱਜ ਵੀ ਇੱਕ ਮੰਦਿਰ ਹੈ ਕ੍ਰਿਸ਼ਨ ਜੀ ਦਾ, ਉੱਥੇ ਰਾਤ ਨਹੀਂ ਕੋਈ ਵੀ ਰਹਿੰਦਾ। ਸਾਧ ਸੰਗਤ ਜੀ, ਉੱਥੇ ਰਾਤ ਨਹੀਂ ਕੋਈ ਰਹਿੰਦਾ। ਬਣ ਹੈ, ਇੱਕ ਜੰਗਲ ਹੈ, ਉਹਨੂੰ ਨਿਧੀ ਨਿਵੇਸ਼ ਕਰਕੇ ਕਹਿੰਦੇ ਆ। ਉੱਥੇ ਰਾਤ ਨਹੀਂ ਕੋਈ ਰਹਿ ਸਕਦਾ, ਕੋਈ ਦਰਸ਼ਨ ਨਹੀਂ ਕਰ ਸਕਦਾ। ਹਾਂਜੀ, ਕਰ ਸਮਾਦ ਤਨ ਤਿਆਗ ਸਿਧਾਰੇ। ਹਾਂਜੀ, ਸ਼੍ਰੀ ਹਰਿ ਗੋਬਿੰਦ ਤਿਸੀ ਪ੍ਰਕਾਰੇ। ਸੋ ਉਹ ਮਹਾਰਾਜ ਨੇ ਫਿਰ ਅੰਦਰ ਸਰੀਰ ਤਿਆਗਣਾ ਹੈ, ਉਸੇ ਤਰੀਕੇ ਨਾਲ ਸੱਚਖੰਡ ਨੂੰ ਜਾਣਾ ਹੈ। ਸਭ ਦਿਸ਼ ਤੇ ਮਨ ਰੋਕਨ ਕੀਨ। ਸਾਰੇ ਪਾਸੋਂ ਇੰਦਰੀਆਂ ਨੂੰ ਰੋਕਿਆ, ਸੰਕੋਚ ਲਿਆ। ਇੰਦਰੈ ਗਨ ਸੰਕੋਚ ਕਰ ਲੀਨ। ਐਨ ਆਪਣੀਆਂ ਇੰਦਰੀਆਂ ਨੂੰ 6ਵੇਂ ਪਾਤਸ਼ਾਹ ਸਤਿਗੁਰਾਂ ਨੇ ਸੰਕੋਚ ਲਿਆ ਹੈ। ਆਤਮ ਰਸ ਮੈਂ ਥਿਰੇ ਗੁਸਾਈ। ਗਰੀਬ ਨਵਾਜ ਆਤਮ ਰਸ ਵਿੱਚ ਟਿਕ ਗਏ ਹਨ। ਅੰਦਰ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ। ਬਾਹਰ ਕੀਰਤਨ ਹੋ ਰਿਹਾ, ਮਹਾਰਾਜ ਸਤਿਗੁਰੂ ਜੀ ਆਤਮ ਰਸ ਵਿੱਚ ਟਿਕ ਗਏ ਹਨ। ਕਸ਼ਟ ਦਿਵਸ ਲਉ ਸਾਧ ਸਮਾਦ। 6 ਦਿਨ ਗੁਰਮੁਖੋ ਗੁਰੂ ਹਰਿ ਰਾਏ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਮਾਧੀ ਵਿੱਚ ਹੀ ਬੈਠੇ ਰਹੇ ਹਨ। 6 ਦਿਨ ਜੀ। ਹਾਂਜੀ, ਥਿਰੇ ਅਚਲ ਹੀ ਰੂਪ ਅਗਾਧ। ਸਰੀਰ ਦਾ ਇੱਕ ਅੰਗ ਵੀ ਨਹੀਂ ਲਿਆ। 6 ਦਿਨ ਦੀ ਸਮਾਧੀ ਮਹਾਰਾਜ ਦੀ ਲੱਗੀ ਜੀ। ਹਾਂਜੀ, ਸਬਤਮ ਦਿਨ ਕੇ ਅੰਮ੍ਰਿਤ ਵੇਲੇ। ਫਿਰ 7ਵਾਂ ਦਿਨ ਚੜਿਆ ਗੁਰਮੁਖੋ। 7ਵੇਂ ਦਿਨ ਦਾ ਅੰਮ੍ਰਿਤ ਵੇਲਾ ਹੋਇਆ। ਤਨ ਕੋ ਤਿਆਗਨ ਕੀਨ ਸੁਹੇਲੇ। ਤੇ ਗਰੀਬ ਨਵਾਜ ਅੱਗੋਂ ਫਿਰ ਭਾਣਾ ਵਰਤਾਉਣਗੇ। ਹਾਂਜੀ, ਅੱਗੇ ਲਾਏ ਕੰਧ ਕੇ ਸੰਗ ਪਿਛਾਰੀ। ਬੈਠੇ ਰਹੇ ਪ੍ਰਭ ਤਿਸ ਬਾਰੀ। 7ਵੇਂ ਦਿਨ ਜਾ ਕੇ ਸਤਿਗੁਰਾਂ ਨੇ ਸਰੀਰ ਤਿਆਗਣਾ। ਕੱਲ ਨੂੰ ਉਹ ਪ੍ਰਸੰਗ ਆਉਣਾ। ਬੜੇ ਦਿਨਾਂ ਦੀ 6ਵੇਂ ਪਾਤਸ਼ਾਹ ਦੀ ਕਥਾ ਸੁਣ ਰਹੇ ਸਾਂ। ਕੱਲ ਨੂੰ ਮਹਾਰਾਜ ਦੀ ਕਥਾ ਦੀ ਸੰਪੂਰਨਤਾ 'ਚ ਗੁਰਮੁਖੋ। ਜਿਹੜੇ ਅੱਜ ਆਏ ਆ ਉਹ ਕੱਲ ਵੀ ਆਉਣ। ਇਸ ਪ੍ਰਸੰਗ ਨੂੰ ਜ਼ਰੂਰ ਆਪਾਂ ਸੁਣਨਾ ਗੁਰਮੁਖੋ। ਸਤਿਗੁਰੂ ਜੀ ਦਾ ਸਰੀਰ ਤਿਆਗਣ ਦਾ ਪ੍ਰਸੰਗ, ਕਿਵੇਂ ਮਹਾਰਾਜ ਸਤਿਗੁਰੂ ਜੀ ਚੋਜ ਵਰਤਾਉਂਦੇ ਆ, ਇਹ ਸਾਰੀ ਖੇਡ ਕੱਲ ਸੁਣਾਂਗੇ। ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਅੱਜ ਫਿਰ ਕਰਨ ਲੱਗਾ। ਭਾਈ ਜਿੱਥੋਂ ਜਿੱਥੋਂ ਤੱਕ ਆਵਾਜ਼ ਜਾਂਦੀ ਆ, ਜਿਹੜੀਆਂ ਸੰਗਤਾਂ ਅੰਮ੍ਰਿਤਸਰ, ਤਰਨ ਤਾਰਨ, ਲਾਗੇ ਲਾਗੇ ਪਿੰਡਾਂ ਵਿੱਚ ਸੁਣਦੀਆਂ ਨੇ, ਜਿਹੜੇ ਆ ਸਕਦੇ ਆ, ਪਹੁੰਚ ਸਕਦੇ ਆ, ਉਹ ਕੱਲ ਨੂੰ ਮੇਰੀ ਬੇਨਤੀ ਹੱਥ ਜੋੜ ਕੇ ਜ਼ਰੂਰ ਆਇਓ। ਸਤਿਗੁਰਾਂ ਦੇ ਇਸ ਪ੍ਰਸੰਗ ਦੀ ਕਥਾ ਸੁਣਿਓ। ਭੁੱਲਾਂ ਦੀ ਮਾਫੀ ਬਖਸ਼ਿਓ ਜੀ।
ਹਾਂਜੀ। ਲਾਏ ਕੰਧ ਕੇ ਸੰਗ ਪਿਛਾਰੀ ਬੈਠੇ ਰਹੇ ਪ੍ਰਭੂ ਤਿਸ ਬਾਰੀ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।